ਸਵਾਗਤ ਹੈ ਤੁਹਾਡਾ ਸਭ ਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਚਰਚਾ ਦੇ ਮੁੱਦੇ ਰਹਿਣਗੇ ਪੰਜਾਬ ਸਰਕਾਰ ਦੇ ਇੱਕ ਮੰਤਰੀ ਵੱਲੋਂ ਸੰਨੀ ਦਿਓਲ ਨੂੰ ਦਿੱਤਾ ਹੋਇਆ ਜਵਾਬ, ਕਰੋਨਾ ਤੇ ਇੱਕ ਨਵੀਂ ਦਵਾਈ ਦੇ ਉਸ ਦੇ ਨਾਲ ਹੀ ਭਾਰਤ ਵਿੱਚ ਛਾਈ ਹੋਈ ਆਰਥਿਕ ਮੰਦੀ ਤੇ ਕੇਂਦਰ ਵੱਲੋਂ ਦਿੱਤਾ ਹੋਇਆ ਇੱਕ ਵੱਡਾ ਆਰਥਿਕ ਪੈਕੇਜ। ਤੇ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ਰਮਾ ਜੀ। ਸ਼ੇਰਗਿੱਲ ਸਾਹਿਬ ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਇੱਕ ਪਾਸੇ ਤੇ ਮੰਦੀ ਛਾਈ ਹੋਈ ਆ ਤੇ ਇੱਕ ਪਾਸੇ ਆਰਥਿਕ ਪੈਕੇਜ ਆ ਜੀ। ਬਿਲਕੁਲ। ਕੰਪਨੀ ਇੱਕ ਕਹਿੰਦੀ ਆ ਕਿ ਮੇਰੀ ਦਵਾਈ 90% ਕਾਮਯਾਬ ਹੈ ਤੇ ਦੂਜੀ ਕਹਿੰਦੀ ਆ 92% ਕਾਮਯਾਬ ਹੈ। ਜੀ। ਨਿਤਿਸ਼ ਜੀ ਕਹਿੰਦੇ ਆ ਕਿ ਅਸੀਂ ਜਿੱਤ ਗਏ ਆ, ਮੋਦੀ ਸਾਹਿਬ ਵੀ ਕਹਿੰਦੇ ਅਸੀਂ ਜਿੱਤ ਗਏ ਆ, ਤੇ ਆਰਜੇਡੀ ਦੇ ਜਿਹੜੇ ਪ੍ਰਧਾਨ ਨੇ ਤੇਜਸਵੀ ਜੀ ਉਹ ਕਹਿੰਦੇ ਜਿੱਤੇ ਤਾਂ ਅਸੀਂ ਸੀ ਪਰ ਇਹਨਾਂ ਨੂੰ ਜਿਤਾਇਆ ਹੈਗਾ ਚੋਣ ਕਮਿਸ਼ਨ ਨੇ ਜਾਂ ਤੇ ਇਹਨਾਂ ਦੀਆਂ ਧਾਂਦਲੀਆਂ ਨੇ। ਜੋ ਕੁਝ ਵੀ ਇਹ ਜਿਹੜੇ ਆਰੋਪ ਤੇ ਉਹਦੇ ਇਲਜ਼ਾਮ ਦੇ ਵਿਰੁੱਧ 'ਚ ਹੋਰ ਆਰੋਪ ਪ੍ਰਤਿਆਰੋਪ ਹਿੰਦੀ ਦੇ ਸ਼ਬਦ ਆ ਜਾਂਦੇ ਆ ਸਾਨੂੰ। ਤੇ ਇਹ ਤਾਂ ਆਪਾਂ ਗੱਲ ਹੁਣ ਕਿੱਥੋਂ ਸ਼ੁਰੂ ਕਰੀਏ ਜੀ ਅੱਜ ਦੀ? ਫਿਰ ਦੇਖੋ ਜੀ, ਮੈਂ ਥੋੜੀ ਜੀ ਗੱਲ ਜੇ ਆਪਾਂ ਬਿਹਾਰ ਤੋਂ ਲੈ ਜਾਈਏ ਤਾਂ ਚੰਗੀ ਗੱਲ ਹੈ ਜੀ। ਫਿਰ ਆਪਾਂ ਆਰਥਿਕ ਮੰਦੀ ਵੱਲ ਨੂੰ ਵੀ ਆਵਾਂਗੇ। ਠੀਕ ਹੈ ਜੀ। ਤੇ ਸਟਾਰਟਿੰਗ ਮੈਂ ਕਰਨੀ ਚਾਹੁੰਦਾ ਵੀ ਆਰਜੇਡੀ ਦੇ ਜਿਹੜੇ ਤੇਜਸਵੀ ਯਾਦਵ ਦੀ ਗੱਲ ਜੇ ਕਰਦੇ ਆ ਨਾ ਜੀ, ਕਿਸੇ ਨੇ ਇਹ ਕਿਆਸ ਨਹੀਂ ਲਾਇਆ ਹੋਊਗਾ ਵੀ ਬੰਦਾ ਇਹ ਮੈਟ੍ਰਿਕ ਪਾਸ ਵੀ ਨਹੀਂ ਹੈਗਾ ਜੀ। ਬਹੁਤ ਵੱਡੀ ਗੱਲ ਆ। ਤੇ ਐਡੀਆਂ ਤੋਪਾਂ ਉਹਨੇ ਮੋਹਰੇ ਲਾ ਲਈਆਂ ਸੀਗੀਆਂ ਜੀ। ਤੇ ਉਹ ਡਿਪਟੀ ਚੀਫ ਮਿਨਿਸਟਰ ਵੀ ਰਿਹਾ ਉੱਥੇ, ਹੁਣ ਚੀਫ ਮਿਨਿਸਟਰ ਬਣਦਾ ਰਹਿ ਗਿਆ। ਤੇ ਖੈਰ ਉਹਨੇ ਫਿਰ ਹੁਣ ਦੋਸ਼ ਤਾਂ ਲਾਉਣਾ ਸੀਗਾ ਨੇ, ਚੋਣ ਕਮਿਸ਼ਨ ਤੇ ਸਵਾਲ ਵੀ ਉਠਾਏ ਆ। ਉਹਨੇ 12,000 ਵੋਟਾਂ ਤੇ 20 ਸੀਟਾਂ ਦੀ ਗੱਲ ਕੀਤੀ ਆ। ਅਸੀਂ ਪਹਿਲਾਂ ਵੀ ਸ਼ਾਇਦ ਗੱਲ ਕੀਤੀ ਸੀ, ਬੜੀ ਘੱਟ ਉਮਰ ਦੇ ਨੌਜਵਾਨ ਨੇ ਉਹ ਜੀ। 31 ਸਾਲ ਦੀ ਉਮਰ ਦੇ ਵਿੱਚ ਹੁਣ ਮੁੱਖ ਮੰਤਰੀ ਬਣਨਾ ਸੀ, ਪਰ 26 ਸਾਲ ਦੇ ਵਿੱਚ ਉਹ ਉਪ ਮੁੱਖ ਮੰਤਰੀ ਬਣ ਚੁੱਕੇ ਸੀਗੇ। ਬੇਸ਼ੱਕ ਭਾਵੇਂ ਉਦੋਂ 1.5 ਸਾਲ ਹੀ ਰਹੇ ਜੀ ਨਿਤਿਸ਼ ਦੀ ਸਰਕਾਰ ਦੇ ਵਿੱਚ, ਪਰ ਉਦੋਂ ਫਿਰ ਜਦੋਂ ਇਹਨਾਂ ਦੇ ਕੋਈ ਕੇਸ ਕੁਸ ਹੋ ਗਿਆ ਸੀ, ਇਸ ਕਰਕੇ ਉਹਨਾਂ ਨੂੰ ਫਿਰ ਇਹ ਧਾਂਦਲੀ ਦੇ ਸਿਰ 'ਤੇ ਨਿਤਿਸ਼ ਨੂੰ ਫਿਰ ਇਹਨਾਂ ਦਾ ਸਾਥ ਛੱਡ ਕੇ ਫਿਰ ਭਾਜਪਾ ਵੱਲ ਨੂੰ ਹੋ ਗਏ ਸੀਗੇ ਜੀ, ਵੀ ਮੈਂ ਇਹਨਾਂ ਦਾ ਸਾਥ ਨਹੀਂ ਦੇਣਾ। ਸੋ ਇਹ ਜੋ ਜੋੜ ਤੋੜ ਜਿਹੜਾ ਸਿਆਸਤ ਦੇ ਵਿੱਚ ਸਰਕਾਰ ਬਣਾਉਣ ਲਈ ਚੱਲਦਾ ਰਹਿੰਦਾ, ਗੱਠਜੋੜ ਕਿੱਧਰ ਹੋ ਗਿਆ ਉੱਧਰ ਹੋ ਗਿਆ, ਆਉਂਦੇ ਦਿਨਾਂ 'ਚ ਇੱਧਰ ਵੀ ਪਤਾ ਨਹੀਂ ਕੀ ਹੋਣਾ ਹੁਣ। ਪਰ ਮੈਂ ਇਹਦੀ ਗੱਲ ਤਾਂ ਕਰਨੀ ਚਾਹੁੰਦਾ ਸੀਗਾ ਵੀ ਇੱਕ ਛੋਟੀ ਉਮਰ ਦੇ ਵਿੱਚ ਹੀ ਉਹਦਾ ਜਿਹੜਾ ਤੌਰ ਤਰੀਕਾ ਆ, ਜਿਹੜਾ ਉਹਦਾ ਸਲੀਕਾ ਆ, ਉਹ ਇੰਨਾ ਮੈਚਿਓਰ ਲੱਗਾ ਬਈ ਤੁਸੀਂ ਯਕੀਨ ਨਹੀਂ ਕਰਨਾ ਵੀ ਜਦੋਂ ਇਹਨਾਂ ਦੇ ਘਰ ਵਿੱਚ ਇਹਦੇ ਵੱਡੇ ਭਰਾ ਤੇਜ ਪ੍ਰਤਾਪ ਦੇ ਵਿਆਹ ਵੇਲੇ ਜੋ ਰੌਲਾ ਰੱਪਾ ਪਿਆ ਸੀ ਜੀ, ਗੱਲ ਛੜਾਈ ਤੱਕ ਚੱਲ ਗਈ ਸੀ, ਹੋ ਵੀ ਗਈ ਆ, ਉਦੋਂ ਇਸ ਬੰਦੇ ਨੇ ਤੇਜਸਵੀ ਯਾਦਵ ਨੇ ਹੀ ਆਪਣੇ ਘਰ ਦਾ ਸਾਰਾ ਮਸਲਾ ਘਰ ਦੇ ਵਿੱਚ ਹੀ ਨਿਬੇੜਿਆ ਸੀ। ਔਰ ਇਹਨੇ ਆਪਣੇ ਭਰਾ ਵੱਡੇ ਨੂੰ ਨਸੀਹਤ ਦਿੱਤੀ ਸੀ ਵੀ ਜਿਹੜੀ ਘਰ ਦੀ ਗੱਲ ਹੈ ਤਾਂ ਮੀਡੀਆ 'ਚ ਨਹੀਂ ਲਿਜਾਣੀ ਜੀ। ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਉਹ ਨਜਿੱਠ ਲਿਆ ਸੀ ਕੰਮ ਉੱਥੇ, ਪਰ ਹੁਣ ਜਦੋਂ ਉਹਦਾ ਭਰਾ ਵੀ ਖੜਾ ਸੀ ਚੋਣ ਮੈਦਾਨ 'ਚ ਤਾਂ ਉਹਦੀ ਜਿਹੜੀ ਸੀਗੀ ਵਾਈਫ ਐਸ਼ਵਰਿਆ, ਉਹ ਵੀ ਕਿਸੇ ਹੋਰ ਪਾਰਟੀ ਤੋਂ ਖੜੀ ਸੀਗੀ। ਖੈਰ ਇਹ ਤਾਂ ਜਿੱਤ ਗਿਆ, ਦੋਨੇ ਭਰਾ ਜਿੱਤ ਗਏ, ਵਿਧਾਇਕ ਬਣ ਗਏ ਆ। ਹੁਣ ਵੀ ਉਹਦਾ ਮਸਲਾ ਇਹ ਸੀਗਾ, ਇਹਨੂੰ ਕਿਸੇ ਵੀ ਰੈਲੀ ਦੇ ਵਿੱਚ ਉਹਨੇ ਮੋਹਰੇ ਨਹੀਂ ਆਉਣ ਦਿੱਤਾ ਜੀ। ਤੇਜ ਪ੍ਰਤਾਪ ਨੂੰ ਇਹਨੇ ਆਪਣੇ ਆਪ ਹੀ ਸੰਭਾਲਿਆ। ਸੋ ਕਹਿਣ ਦਾ ਭਾਵ ਹੈ ਵੀ ਇੱਕ ਕ੍ਰਿਕਟ ਖਿਡਾਰੀ ਕ੍ਰਿਕਟ ਖੇਡਣ ਦਾ ਸ਼ੌਕੀਨ ਸੀਗਾ, ਜਿਹੜਾ ਕਿ ਕ੍ਰਿਕਟ ਦੇ ਸ਼ੌਂਕ ਦੇ ਵਿੱਚ ਹੀ 10ਵੀਂ ਨਹੀਂ ਪਾਰ ਕਰ ਸਕਿਆ ਵੀ ਉਹਨੂੰ ਸ਼ੌਂਕ ਇੰਨਾ ਸੀਗਾ। IPL ਵੀ ਕਿਤੇ ਖੇਡਿਆ ਪਰ ਰਿਹਾ ਉੱਥੇ 12ਵਾਂ ਖਿਡਾਰੀ ਜੀ। ਤੇ ਲੱਗਦਾ ਮੈਨੂੰ ਸਿਆਸਤ ਦੇ ਵਿੱਚ ਵੀ ਅਜੇ 12ਵਾਂ ਖਿਡਾਰੀ ਜਾਣ ਡਿਆ, 11 ਪੂਰੀਆਂ 'ਚ ਨਹੀਂ ਆਇਆ ਉਹ। ਤੇ ਉਸ ਤੋਂ ਬਾਅਦ ਫਿਰ ਇਹਨੇ ਦਿੱਲੀ ਜਿਹੜੀ ਟੀਮ ਹੈ, ਦਿੱਲੀ ਦੀ ਸੀਗੀ ਪੁਰਾਣੀ ਜਿਹੜੀ IPL ਦੀ, ਉਹਦਾ ਇਹ ਫਰੈਂਚਾਈਜ਼ੀ ਵੀ ਰਿਹਾ ਥੋੜ੍ਹਾ ਚਿਰ ਲਈ। ਮਤਲਬ ਖੇਡਿਆ ਜ਼ਰੂਰ ਆ ਘਰੇਲੂ ਕ੍ਰਿਕਟ ਕਿਤੇ, ਪਰ ਇਹ ਜਿਹੜਾ ਅੰਡਰ 15 ਦੀ ਟੀਮ ਸੀ, ਇਹ ਵੀ ਇੱਕ ਵੱਡੀ ਗੱਲ ਹੈ ਦੇਖੋ ਸੁਣਨ ਵਾਲੀ। ਅੰਡਰ 15 ਦੀ ਟੀਮ ਸੀ, ਉੱਥੇ ਇਹ ਵਿਰਾਟ ਕੋਹਲੀ ਦਾ ਕੈਪਟਨ ਹੁੰਦਾ ਸੀ। ਅੱਛਾ ਜੀ। ਅੱਜ ਕੱਲ੍ਹ ਜਿਹੜਾ ਵਿਰਾਟ ਕੋਹਲੀ ਆਪਣਾ ਕੈਪਟਨ ਹੈ ਨਾ, ਜਿਹੜਾ ਪੂਰਾ ਦਬਦਬਾ ਹੈ ਜਿਹਨੂੰ ਕਹੀਏ ਕ੍ਰਿਕਟ ਦਾ ਧੁਰੰਦਰ ਆ, ਉਹਦਾ ਵੀ ਕਿਸੇ ਵੇਲੇ ਇਹ ਕੈਪਟਨ ਰਿਹਾ ਸੀਗਾ। ਸੋ ਇਹਨਾਂ ਦੌਰਾਂ ਦੇ ਵਿੱਚ ਨਿਕਲਦਿਆਂ ਹੋਇਆ ਵੀ ਉਹਨੂੰ ਲਾਲੂ ਨੇ ਇੰਨਾ ਕੁ ਉਹਨੂੰ ਪ੍ਰਾਊਡ ਕਰਤਾ ਸੀਗਾ ਵੀ ਉਹਨੂੰ ਛੋਟੀ ਉਮਰ 'ਚ ਉਪ ਮੁੱਖ ਮੰਤਰੀ ਬਣ ਗਿਆ, ਹੁਣ ਚੀਫ ਮਿਨਿਸਟਰ ਬਣਨ ਵਾਲਾ ਸੀਗਾ। ਸੋ ਉੱਥੇ ਗੱਲ ਇੱਕ ਇੱਥੇ ਆ ਕੇ ਫਸ ਗਈ ਸੀ ਬਈ ਉਹ ਕਹਿੰਦਾ ਵੀ 12,000 ਵੋਟਾਂ ਤੇ 20 ਸੀਟਾਂ ਦਾ ਮੈਨੂੰ ਹਿਸਾਬ ਦੇਵੇ ਚੋਣ ਕਮਿਸ਼ਨ, ਬਈ ਇੱਥੇ ਅਸੀਂ ਜਿੱਤਦੇ ਸੀਗੇ। ਪਰ ਇਹਨਾਂ ਨੇ ਉਹਦਾ ਸਾਫ਼ ਸ਼ਬਦਾਂ 'ਚ ਕਿਹਾ ਜੀ ਉਹਨੇ ਵੀ ਲੋਕਾਂ ਨੇ ਤਾਂ ਫਤਵਾ ਮਹਾਗਠਜੋੜ ਦੇ ਹੱਕ 'ਚ ਦਿੱਤਾ, ਪਰ ਚੋਣ ਕਮਿਸ਼ਨ ਜਿਹੜਾ ਆ ਉਹ NDA ਨੂੰ ਜਿਤਾ ਗਿਆ ਜੀ। ਸੋ ਇਹ ਜਿਹੜੀ ਗੱਲ ਆ ਇਹਨੂੰ ਕਿਤੇ ਨਾ ਕਿਤੇ ਜਵਾਬ ਇਹਨਾਂ ਜਿਹੜਾ NDA ਨੂੰ ਵੀ ਦੇਣਾ ਪਊਗਾ, ਤੇ ਚੋਣ ਕਮਿਸ਼ਨ ਦੇ ਉੱਤੇ ਵੀ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਵਾਲ ਉੱਠਦੇ ਰਹਿਣਗੇ। ਗੱਲ ਅਗਲੀ ਆ ਗਈ ਵੀ ਨਿਤਿਸ਼ ਮੁੱਖ ਮੰਤਰੀ ਬਣਦਾ ਕਿ ਨਹੀਂ ਬਣਦਾ। ਖੈਰ ਉਹਨੇ ਤਾਂ ਇਹ ਮਸਲਾ ਹੀ NDA 'ਤੇ ਛੱਡਤਾ ਵੀ ਮੈਨੂੰ ਕੋਈ ਇਹਦੇ 'ਚ ਇਤਰਾਜ਼ ਨਹੀਂ ਜੇ ਉਹ ਬਣਾਉਣਗੇ, ਕਿਉਂਕਿ ਭਾਜਪਾ ਵਾਲੇ ਕਹਿੰਦੇ ਸੀ ਹਾਂ ਜੇ ਉਹ ਨਾ ਕਰ ਦੇਵੇ, ਕਹਾਉਂਦੇ ਸੀ ਜਾਣ ਕੇ ਵੀ ਜੇ ਉਹ ਨਾ ਕਰ ਦੇਵੇ ਤਾਂ ਫਿਰ ਅਸੀਂ ਤਿਆਰ ਆ। ਪਰ ਹੁਣ ਇੱਕ ਗੱਲ ਤੁਸੀਂ ਸੁਣੀ ਹੋਣੀ, ਜਦੋਂ ਇਹਨਾਂ ਦੀ ਆਖਰੀ ਪੜਾਅ ਦੀ ਚੋਣਾਂ ਸੀਗੀਆਂ, ਉੱਥੋਂ ਜਦੋਂ ਰੈਲੀ ਸੀਗੀ ਤਾਂ ਰੈਲੀ ਦੇ ਵਿੱਚ ਇਹਨਾਂ ਨੇ ਆਖਰੀ ਦਾ ਇਹ ਖੇਡਿਆ ਸੀ ਨਿਤਿਸ਼ ਹੋਣਾ ਨੇ ਵੀ ਇਹ ਮੇਰਾ ਆਖਰੀ ਚੁਣਾਵ ਹੈ। ਅੱਛਾ ਜੀ। ਤੇ ਉਦੋਂ ਜਦੋਂ ਕੱਲ੍ਹ ਉਹ 2 ਦਿਨਾਂ ਬਾਅਦ ਮੀਡੀਆ ਦੇ ਰੂਬਰੂ ਹੋਏ ਸੀ ਤਾਂ ਕਿਸੇ ਪੱਤਰਕਾਰ ਨੇ ਪੁੱਛਿਆ
ਬਈ ਤੁਸੀਂ ਤਾਂ ਆਖਰੀ ਚੋਣ ਕਹਿੰਦੇ ਸੀ, ਆਪਣੀ ਆਖਰੀ ਚੁਣਾਵ ਕਿਹਾ ਸੀ। ਉਹਨੂੰ ਕਹਿੰਦੇ ਨਹੀਂ, ਇਹ ਤਾਂ ਸੁਣਨ 'ਚ ਗਲਤ ਫਹਿਮੀ ਹੋਈ ਆ, ਮੈਂ ਇਹਦਾ ਬਿਲਕੁਲ ਨਹੀਂ ਕਿਹਾ ਸੀ। ਤੁਸੀਂ ਨਾ ਐਵੇਂ ਕਹਿ ਦਿੰਦੇ ਆ, ਸਾਡੇ ਲੀਡਰ ਇਦਾਂ ਨਹੀਂ ਕਰਦੇ। ਇਹ ਮੀਡੀਆ ਜਿਹੜਾ ਤੋੜ ਮੋੜ ਦਿੰਦਾ, ਅਕਸਰ ਉਹ ਬਿਆਨ ਠੀਕ ਦਿੰਦੇ ਨੇ। ਦੇਖੋ ਜੀ, ਇਹਨਾਂ ਕੋਲ ਇੱਕ ਬਹਾਨਾ ਪੱਕਾ ਹੀ ਆ ਨਾ ਜੀ, ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹੁਣ ਉਹ ਰਿਕਾਰਡਿੰਗ ਜਿਹੜੀਆਂ ਹੋਈਆਂ ਰੈਲੀ ਦੀਆਂ, ਜੋ ਇਹਦੇ ਭਾਸ਼ਣ ਦੀ ਰਿਕਾਰਡਿੰਗ ਹੋਈਆਂ, ਉਹ ਤਾਂ ਝੂਠ ਬੋਲਦੀਆਂ ਨਹੀਂ। ਉਹ ਕਹਿੰਦੇ ਜੀ ਮੈਂ ਹਰ ਰੈਲੀ ਖਤਮ ਕਰਨ ਵੇਲੇ ਇੱਕ ਸ਼ਬਦ ਜ਼ਰੂਰ ਬੋਲਦਾ ਹੋਣਾ, ਅੰਤ ਭਲਾ ਸਭ ਭਲਾ। ਜੇ ਅਸੀਂ ਤੋੜੇ ਮਰੋੜੇ ਬਿਆਨਾਂ ਦੀ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਕਿ ਸਾਡਾ 1 ਮਹੀਨਾ ਪ੍ਰੋਗਰਾਮ ਚੱਲ ਜਾਣਾ, ਇਹਨਾਂ ਤੇ ਚੱਲ ਜਾਣਾ ਜੀ, ਤੋੜੇ ਮਰੋੜੇ ਬਿਆਨਾਂ ਤੇ। ਬਿਲਕੁਲ ਸਹੀ ਗੱਲ ਹੈ। ਉਹ ਕਹਿੰਦਾ ਮੇਰਾ ਕਹਿਣ ਦਾ ਭਾਵ ਹੁੰਦਾ ਕਿ ਮੈਂ ਜਦੋਂ ਰੈਲੀ ਖਤਮ ਕਰਦਾ ਤੇ ਇਹ ਕਹਿੰਦਾ ਅੰਤ ਭਲਾ ਤੇ ਸਭ ਭਲਾ ਜੀ। ਮੈਂ ਇਹ ਕਿਹਾ ਸੀ ਵੀ ਮੇਰੀ ਇਹ ਜਿਹੜੀ ਆਖਰੀ ਚੋਣ ਰੈਲੀ ਆ, ਆਖਰੀ ਚੋਣ ਨਹੀਂ ਸੀ ਕਿਹਾ। ਖੈਰ, ਉਹਨੂੰ ਜਦੋਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀਗੀ ਵੀ ਇਹ ਤੋਂ ਪਹਿਲਾਂ 2-3 ਹੋਰ ਚੀਫ ਮਿਨਿਸਟਰ ਵੀ ਇਦਾਂ ਹੀ ਕਹਿ ਕੇ ਬਣ ਗਏ ਸੀਗੇ। ਨਹੀਂ, ਉਹਨਾਂ ਨੇ ਵੀ ਕੁਝ ਨਹੀਂ ਕਿਹਾ ਸੀ, ਉਹ ਮੀਡੀਆ ਦਾ ਹੀ ਕਰ ਸੀ। ਨਹੀਂ, ਪਰ ਬਾਅਦ ਚ ਕਹਿੰਦੇ ਨਹੀਂ ਹਾਲੇ ਮੈਂ ਯਾਰ ਹੋਰ ਚੋਣ ਲੜਨੀ। ਮੈਂ ਕਿਹਾ 4 ਸਾਲ ਬਾਅਦ ਕਿਹਾ ਸੀ, ਇਹ ਤਾਂ ਹੁਣੇ ਮੁੱਕਰ ਗਏ, ਉਹ 3-4 ਸਾਲ ਬਾਅਦ ਮੁੱਕਰੇ ਆ। ਇਹ 3 ਦਿਨ ਵੀ ਨਹੀਂ ਲੜੇ ਇਹਨਾਂ ਨੇ 3 ਦਿਨ ਵੀ ਨਹੀਂ ਕੱਢੇ ਵੀ ਨਹੀਂ ਭਾਈ ਮੈਂ ਤਾਂ ਇਦਾਂ ਕਿਹਾ ਹੀ ਨਹੀਂ, ਦੁਬਾਰਾ ਚੋਣ ਮੈਂ ਪਤਾ ਨਹੀਂ ਦੁਬਾਰਾ ਚੋਣ ਆਊਗੀ, ਕੀ ਹਿਸਾਬ ਹੋਣਾ, ਕਿਵੇਂ ਹੋਣੀ, ਗੱਠਜੋੜ ਕੀ ਹੁੰਦਾ ਕੀ ਨਹੀਂ। ਖੈਰ 16-17 ਤਰੀਕ ਨੂੰ ਇਹਨਾਂ ਦੇ ਚੋਣ ਮੁੱਖ ਮੰਤਰੀ ਦੇ ਸਹੁੰ ਚੁੱਕਣ ਦੀ ਸੰਭਾਵਨਾ ਆ। ਉਸੇ ਤਰ੍ਹਾਂ ਗਾਂਧੀ ਮੈਦਾਨ ਦੇ ਵਿੱਚ ਵੱਡਾ ਹੋਊਗਾ ਜਨਤਕ ਇਕੱਠ। ਸੋ ਕੁੱਲ ਮਿਲਾ ਕੇ ਹੁਣ ਜਿਹੜੀ ਬਿਹਾਰ ਦੀ ਰਾਜਨੀਤੀ ਤੋਂ ਜੇ ਨਿਕਲਦੇ ਹਾਂ ਆਪਾਂ, ਤਾਂ ਭਾਜਪਾ ਨੂੰ ਇੱਕ ਬਹੁਤ ਵਧੀਆ ਮੰਚ ਅੱਗੇ ਨੂੰ ਵਧਣ ਨੂੰ ਮਿਲ ਗਿਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਪੱਛਮੀ ਬੰਗਾਲ ਦੀਆਂ ਚੋਣਾਂ ਹੋਣੀਆਂ ਆ। ਪੰਜਾਬ ਦੇ ਵਿੱਚ ਵੀ ਉਹ ਆਪਣਾ ਭਵਿੱਖ ਵਧੀਆ ਦੇਖ ਰਹੀ ਆ, ਭਾਵੇਂ ਕਿ ਉਹਨੂੰ ਕਿਸਾਨਾਂ ਦਾ ਬਹੁਤ ਤਕੜਾ ਵਿਰੋਧ ਕਰਨਾ ਪੈ ਰਿਹਾ ਆ ਇਹਨਾਂ ਦਿਨਾਂ ਦੇ ਵਿੱਚ, ਪਿਛਲੇ ਲੰਮੇ ਸਮੇਂ ਤੋਂ ਵੀ ਚੱਲ ਰਿਹਾ। ਗਾਹਾਂ ਵੀ ਆਉਂਦੇ ਸਮੇਂ ਦੇ ਵਿੱਚ ਕਿਵੇਂ ਦੀ ਗੱਲ ਬਣਦੀ ਆ, ਇਹ ਜੇ ਪਤਾ ਨਹੀਂ, ਕਹਿ ਨਹੀਂ ਸਕਦੇ। ਪਰ ਉਹਨਾਂ ਨੂੰ ਇਹ ਜਿਹੜੀ ਆ ਪਿੱਚ ਜਿਹੜੀ ਸਾਫ਼ ਨਜ਼ਰ ਦਿਸਣ ਲੱਗ ਪਈ ਹੈ। ਬਿਲਕੁਲ, ਇੱਕ ਵੱਡੇ ਸਟੇਟ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਦੇ ਹੌਸਲੇ ਬੁਲੰਦ ਨੇ ਤੇ ਉਹਨਾਂ ਨੂੰ ਲੱਗਦਾ ਕਿ ਜਿਹੜੀਆਂ ਨੀਤੀਆਂ ਤੇ ਉਹ ਚੱਲ ਰਹੇ ਨੇ, ਉਹਨਾਂ ਨੂੰ ਜਿਹੜੀ ਵੋਟ ਆ ਉਹਨਾਂ ਦੇ ਕਰਕੇ ਪੈ ਰਹੀ ਆ, ਤੇ ਉਹ ਚੜ੍ਹਦੀ ਕਲਾ 'ਚ ਨੇ। ਬਿਲਕੁਲ, ਉਹਨਾਂ ਦਾ ਇੱਕੋ ਹੀ ਆ ਵੀ ਅਸੀਂ ਵਿਕਾਸ ਦਾ ਮੁੱਦਾ ਨਹੀਂ ਛੱਡਣਾ, ਵੀ ਇਹ ਛੱਡੀ ਜਾਣਾ, ਅਸੀਂ ਵਿਕਾਸ ਹੀ ਕਰਾਂਗੇ ਤੇ ਵਿਕਾਸ ਦੇ ਸਿਰ ਤੇ ਹੀ ਵੋਟਾਂ ਲਵਾਂਗੇ ਜੀ। ਭਾਜਪਾ ਜਿਹੜੀ ਉਹ ਚੜ੍ਹਦੀ ਕਲਾ 'ਚ ਆ, ਤੇ ਭਾਰਤ ਦੀ ਜਿਹੜੀ ਅਰਥ ਵਿਵਸਥਾ ਆ ਉਹ ਕਿਹੜੀ ਕਲਾ 'ਚ ਆ? ਉਹ ਤਾਂ ਜੀ ਢਹਿੰਦੀ ਕਲਾਂ ਦੇ ਵਿੱਚ ਅੱਜ ਨਹੀਂ, ਉਹ ਪਹਿਲਾਂ ਵੀ ਸੀਗੀ ਜੀ। 2019 ਦੇ ਵਿੱਚ ਵੀ ਜਦੋਂ ਇਹਨਾਂ ਨੇ ਚੋਣਾਂ ਲੜੀਆਂ ਸੀਗੀਆਂ ਲੋਕ ਸਭਾ ਦੀਆਂ, ਤੇ ਉਦੋਂ ਵੀ ਇਹਨਾਂ ਨੇ ਰਿਜ਼ਰਵ ਬੈਂਕ ਕੋਲ ਜਿਹੜਾ ਰਿਜ਼ਰਵ ਹੁੰਦਾ ਪੈਸਾ, ਉਹ ਬਹੁਤ ਕੋਸ਼ਿਸ਼ ਕੀਤੀ ਮੰਗਣ ਦੀ, ਉਹਨੂੰ ਕਿਹਾ ਵੀ ਜਾਰੀ ਕਰੋ, ਸਾਡੇ ਕੋਲ ਪੈਸਾ ਹੈ ਨਹੀਂ। ਪਰ ਰਿਜ਼ਰਵ ਬੈਂਕ ਨੇ ਨਾ ਕਰਤੀ ਸੀਗੀ ਸਾਫ਼, ਬਈ ਇਹ ਰਿਜ਼ਰਵ ਖਾਤਾ ਜਿਹੜਾ ਮੈਂ ਜਾਰੀ ਨਹੀਂ ਕਰ ਸਕਦਾ। ਉਦੋਂ ਰੌਲਾ ਪਿਆ ਸੀ, ਵਿਰੋਧੀ ਧਿਰਾਂ ਨੇ ਬਹੁਤ ਆਵਾਜ਼ ਉਠਾਈ ਸੀ ਵੀ ਇਹ ਰਿਜ਼ਰਵ ਬੈਂਕ ਦੇ ਜਿਹੜੇ ਪੈਸੇ ਖਾ ਰਹੀ ਆ ਪਾਰਟੀ, ਆਪਣੇ ਤੌਰ ਤੇ ਚੋਣ ਫੰਡਾਂ ਲਈ ਵਰਤ ਰਹੀ ਆ। ਖੈਰ, ਉਹ ਬਾਅਦ 'ਚ ਚੋਣਾਂ ਦੇ ਵਿੱਚ ਜਿੱਤ ਗਏ, ਬਾਅਦ 'ਚ ਆ ਕੇ ਉਹਨਾਂ ਨੇ ਬਾਅਦ 'ਚ ਜਾਰੀ ਕਰਾ ਲਿਆ। ਸੋ ਜਦੋਂ ਆਪਾਂ ਰਿਜ਼ਰਵ ਖਾਤਾ, ਜਦੋਂ ਰਿਜ਼ਰਵ ਬੈਂਕ ਦਾ ਕਿਤੇ ਵਰਤਿਆ ਜਾਂਦਾ ਕਿਸੇ ਸਰਕਾਰ ਵੱਲੋਂ ਜਾਂ ਪਾਰਟੀ ਵੱਲੋਂ, ਤਾਂ ਫਿਰ ਉੱਥੇ ਆਰਥਿਕ ਮੰਦੀ ਦਾ ਆਉਣਾ ਹੀ ਸੁਭਾਵਿਕ ਹੀ ਹੈ। ਪਰ ਜੇ ਉਹਨੂੰ ਆਪਾਂ ਕਰੋਨਾ ਦੇ ਨਾਲ ਜਾਂ ਲੋਕਡਾਊਨ ਦੇ ਨਾਲ ਜੋੜੀਏ, ਤਾਂ ਫਿਰ ਇਹ ਜਿਹੜਾ ਆਰਥਿਕ ਮੰਦੀ ਦਾ ਦੌਰ ਉਦੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਸਾਰਾ ਕੁਝ ਬੰਦ ਪਿਆ ਸੀ। ਆਪਾਂ ਇਕੱਲੇ ਭਾਰਤ ਵੱਲ ਹੀ ਦੇਖਦੇ ਹਾਂ, ਆਪਾਂ ਹੋਰਨਾਂ ਦੇਸ਼ਾਂ ਵੱਲ ਵੀ ਦੇਖੀਏ, ਵੱਡੇ ਵੱਡੇ ਦੇਸ਼ ਜਿਹੜੇ ਆ, ਯੂਰਪੀਅਨ ਕੰਟਰੀਆਂ ਜਾਂ ਜਿਹੜੇ ਪੱਛਮੀ ਦੇਸ਼ ਆ, ਉਹਨਾਂ ਦੇ ਵਿੱਚ ਵੀ ਇਹੋ ਜਿਹੀ ਆਰਥਿਕ ਮੰਦੀ ਆਈ ਆ, ਪਰ ਉਹ ਕੁਝ ਹੱਦ ਤੱਕ ਉੱਭਰਨ 'ਚ ਕਾਮਯਾਬੀ ਹੋਏ ਆ। ਪਰ ਹਾਲੇ ਵੀ ਜਿਹੜਾ ਮੂਡੀਜ਼ ਜਿਹੜਾ ਇੱਕ ਰੇਟਿੰਗ ਦਿਆ ਕਰਦਾ ਨਾ ਵਰਲਡ ਲੈਵਲ ਦੀ ਆਰਥਿਕ ਮੰਦੀ ਦੀ ਜਾਂ ਆਰਥਿਕ ਦਿਸ਼ਾ ਦੱਸਦਾ ਆ ਹਰੇਕ ਦੇਸ਼ ਦੀ, ਉਹ ਸਾਨੂੰ ਹਜੇ ਵੀ ਉਮੀਦ ਆ ਕਿ ਆਉਂਦੇ ਸਮੇਂ ਦੇ ਵਿੱਚ ਇਹ ਭਾਰਤ ਜਿਹੜਾ ਇਸ ਆਰਥਿਕ ਮੰਦੀ ਦੇ ਵਿੱਚੋਂ ਉੱਭਰ ਜਾਵੇਗਾ। ਪਰ ਫਿਲਹਾਲ ਜਿਹੜਾ ਇਹਦੀ GDP ਆ ਉਹ ਬਹੁਤ ਹੀ ਡਾਊਨ ਜਾ ਰਹੀ ਆ, ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਭਾਰਨਾ ਪਵੇਗਾ। ਤੁਹਾਨੂੰ ਯਾਦ ਹੋਊਗਾ ਜਦੋਂ VP ਸਿੰਘ ਸਰਕਾਰ ਬਣੀ ਸੀਗੀ ਜੀ, ਉਸ ਤੋਂ ਬਾਅਦ ਚੰਦਰ ਸ਼ੇਖਰ ਵੀ ਬਣੀ ਸੀ, ਤਾਂ ਉਦੋਂ ਹਾਲਾਤ ਇਹਦੇ ਤੋਂ ਵੀ ਬਦਤਰ ਸੀਗੇ। ਤੇ ਜੋ ਭਾਰਤ ਦੇ ਰਿਜ਼ਰਵ ਬੈਂਕ ਦੇ ਕੋਲ ਸੋਨਾ ਪਿਆ ਸੀ ਨਾ, ਬਿਲਕੁਲ ਜੀ, ਉਹ ਸੋਨਾ ਸਾਰਾ ਗਹਿਣੇ ਰੱਖ ਦਿੱਤਾ ਗਿਆ ਸੀ। ਉਹ ਗਹਿਣੇ ਰੱਖ ਕੇ ਫਿਰ ਪੈਸੇ ਲਿਆ ਕੇ ਤੇ ਫਿਰ ਦੇਸ਼ ਨੂੰ ਚਲਾਇਆ ਗਿਆ ਸੀਗਾ। ਉਹ ਹਾਲਾਤ ਸਾਰਿਆਂ ਨੂੰ ਯਾਦ ਹੋਣਗੇ, ਮੈਨੂੰ ਲੱਗਦਾ ਉਹ ਬਹੁਤ ਹੀ ਮੰਦੀ ਵਾਲਾ ਦੌਰ ਸੀਗਾ। HD ਦੇਵੇਗੌੜਾ, IK ਗੁਜਰਾਲ, VP ਸਿੰਘ, ਚੰਦਰ ਸ਼ੇਖਰ, ਉਹ ਬੜੀ ਰਾਜਨੀਤਿਕ ਉਥਲ ਪੁਥਲ ਦਾ ਸਮਾਂ ਸੀ। ਪਰ ਉਸ ਤੋਂ ਬਾਅਦ ਇੱਕ ਹੋਰ ਨਵਾਂ ਦੌਰ ਇਹ ਆਇਆ ਸੀਗਾ ਵੀ ਆਉਂਦੀ ਦੂਜੀ ਸਰਕਾਰ ਦੇ ਵਿੱਚ ਸਾਡੇ ਮਨਮੋਹਨ ਸਿੰਘ ਹੁਣੀ ਵਿੱਤ ਮੰਤਰੀ ਬਣ ਗਏ ਸੀਗੇ। ਬਿਲਕੁਲ ਜੀ। ਤੇ ਜੇ ਉਹ ਵਿੱਤ ਮੰਤਰੀ ਬਣਨ ਨਾਲ ਇਹੋ ਜਿਹੀ ਉਹਨਾਂ ਦੀ ਮੁਹਾਰਤ ਆ ਇਕਨੋਮਿਕਸ ਦੇ ਵਿੱਚ, ਬਈ ਉਹਨਾਂ ਨੇ ਉਹ ਸੋਨਾ ਵੀ ਵਾਪਸ ਲੈ ਆਂਦਾ ਸੀਗਾ ਜੀ ਦੇਸ਼ ਵਿੱਚ, ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਵੀ ਕਰਤਾ ਸੀਗਾ। ਉਦੋਂ ਤੋਂ ਬਾਅਦ ਫਿਰ ਪੂਰਾ ਸੰਤੁਲਨ ਬਣ ਗਿਆ ਸੀਗਾ। ਫਿਰ ਉਹੋ ਜਿਹੀ ਬਾਅਦ 'ਚ ਹਾਲਤ ਬਣੀ ਨਹੀਂ ਜੀ, ਉੱਪਰ ਥੱਲੇ ਹੁੰਦਾ ਰਿਹਾ, ਕਦੇ ਡਾਲਰ ਡਿੱਗ ਪਿਆ, ਕਦੇ ਰੁਪਈਆ ਚੜ ਗਿਆ, ਇਹੋ ਜਿਹਾ ਹੁੰਦਾ ਰਿਹਾ ਦੌਰ, ਉਹ ਹੁਣ ਵੀ ਚੱਲਦਾ ਆ। ਪਰ ਇਹੋ ਜਿਹੀ ਮੰਦੀ ਜਿਹੜੀ ਆ ਆਉਣੀ ਇਹ ਸੁਭਾਵਿਕ ਸੀਗੀ। ਪਰ ਇਹਦੇ ਨਾਲ ਜਦੋਂ ਤੁਸੀਂ ਆਰਥਿਕ ਪੈਕੇਜ ਦੀ ਗੱਲ ਕਰਦੇ ਆ, ਤਾਂ ਆਰਥਿਕ ਪੈਕੇਜ ਦੇਣ ਨਾਲ, ਜੇ ਆਪਾਂ ਆਰਥਿਕ ਮੰਦੀ ਦੇ ਨਾਲ ਦੇਖੀਏ ਤਾਂ ਉੱਧਰ ਘਾਟਾ ਪੈ ਰਿਹਾ, ਤਾਂ ਆਰਥਿਕ ਪੈਕੇਜ ਦੇ ਰਹੇ ਆ। ਇਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਨੂੰ ਬੈਲੈਂਸ ਕਰਨਾ ਚਾਹੀਦਾ ਸੀਗਾ ਜੀ। ਤੁਸੀਂ ਗੱਲ ਕੀਤੀ ਮਨਮੋਹਨ ਸਿੰਘ ਦੀ, ਤੇ PV ਨਰਸਿਮਹਾ ਰਾਓ ਜੀ ਨੇ ਸਰਕਾਰ ਬਣਾਈ ਸੀ, ਤੇ ਉਹਨਾਂ ਨੇ
ਸਿਆਸੀ ਬੈਕਗ੍ਰਾਉਂਡ ਨਾ ਹੋਣ ਦੇ ਬਾਵਜੂਦ ਵੀ ਮਨਮੋਹਨ ਸਿੰਘ ਜੀ ਨੂੰ ਲੈ ਕੇ ਆਂਦਾ ਸੀ ਨਾਲ, ਤੇ ਉਦੋਂ ਬੜੀ ਚਰਚਾ ਸੀਗੀ ਸਰਦਾਰ ਮਨਮੋਹਨ ਸਿੰਘ ਦੇ ਨਾਲ, ਪੀ ਚਿਦੰਬਰਮ ਜੀ ਤੇ ਮਨਟੇਕ ਸਿੰਘ ਆਹਲੂਵਾਲੀਆ ਦੀ। ਕਿਹਾ ਜਾਂਦਾ ਸੀ ਕਿ ਇਹ ਤਿਕੜੀ ਕਿਹਾ ਜਾਂਦਾ ਸੀ ਕਿ ਇਹ ਉਹ ਤਿਕੜੀ ਆ ਜਿਨ੍ਹਾਂ ਨੇ ਭਾਰਤ ਦੀ ਅਰਥ ਵਿਵਸਥਾ ਨੂੰ ਸੰਭਾਲਿਆ ਸੀ, ਬੜਾ ਲੰਬਾ ਟਾਈਮ ਸੰਭਾਲਦੇ ਰਹੇ ਨੇ, ਆਪਣੇ ਦੇਸ਼ ਨੂੰ ਹੀ ਸੰਭਾਲਿਆ ਸੀ। ਬਾਕੀ ਦੇਸ਼ ਵੀ ਇਹਨਾਂ ਤੋਂ ਸਲਾਹਾਂ ਲੈਣ ਲੱਗ ਪਏ ਸੀਗੇ। ਜੇ ਮੈਂ ਗਲਤ ਨਾ ਹੋਵਾਂ ਤਾਂ ਅਮਰੀਕਾ ਵਾਲੇ ਜਦੋਂ ਮੰਦੀ ਦੇ ਦੌਰ ਵਿੱਚ ਸੀ, ਉਦੋਂ ਵੀ ਉਹਨਾਂ ਨੇ ਮਨਮੋਹਨ ਸਿੰਘ ਦੀ ਕਿਤੇ ਨਾ ਕਿਤੇ ਸਲਾਹ ਜ਼ਰੂਰ ਲਈ ਸੀਗੀ, ਔਰ ਉਹ ਆਪਣੇ ਆਪ ਨੂੰ, ਆਪਣੇ ਦੇਸ਼ ਨੂੰ ਮੰਦੀ ਚੋਂ ਕੱਢਣ ਦਾ ਉਹਨਾਂ ਨੇ ਯਤਨ ਕੀਤਾ ਸੀਗਾ। ਜੀ ਸ਼ੇਰਗਿੱਲ ਸਾਹਿਬ, ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਇਸ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਜਿਹੜਾ ਕੇਂਦਰ ਸਰਕਾਰ ਇੱਕ ਆਰਥਿਕ ਪੈਕੇਜ ਦੇ ਰਹੀ ਹੈ, ਉਹਦੇ ਕੀ ਫਾਇਦੇ ਹੋਣਗੇ, ਕੀ ਨੁਕਸਾਨ ਹੋਣਗੇ ਤੇ ਕਿਵੇਂ ਹੋਏਗਾ। ਦਰਸ਼ਕੋ, ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਇਸੇ ਪ੍ਰੋਗਰਾਮ ਵਿੱਚ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਅਗਲੇ ਹਿੱਸੇ ਵਿੱਚ ਤੁਹਾਡਾ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀਗੇ ਆਰਥਿਕ ਮੰਦੀ ਤੇ ਆਰਥਿਕ ਪੈਕੇਜ ਦਾ। ਮੰਦੀ ਛਾਈ ਹੋਈ ਹੈ ਤੇ ਸਰਕਾਰ ਜਿਹੜੀ ਆ ਉਹ ਤੋਂ ਉਭਰਨ ਦੇ ਯਤਨ ਕਰ ਰਹੀ ਹੈ। ਕਰੋਨਾ ਦੇ ਦੌਰਾਨ ਵੀ ਅਸੀਂ 2 ਆਰਥਿਕ ਪੈਕੇਜ ਦੇਖੇ ਸੀ, ਇੱਕ ਸ਼ਾਇਦ ਕਿਸਾਨੀ ਲਈ ਸੀਗਾ ਤੇ ਦੂਸਰਾ ਕਿਸੇ ਹੋਰ ਪਰਪਸ ਲਈ। ਕੱਲ ਦੀਵਾਲੀ ਤੋਂ 1 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਨਿਰਮਲਾ ਸੀਤਾਰਮਨ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਹੈ, ਉਹਨਾਂ ਨੇ ਇੱਕ ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ ਹੈ। ਕੀ ਕਹਿੰਦਾ ਜੀ ਆਰਥਿਕ ਪੈਕੇਜ ਦੇ ਰਿਹਾ ਕੁਝ ਕਿ ਹਾਲੇ ਗੱਲਾਂ ਹੀ ਨੇ? ਜੀ ਬਿਲਕੁਲ, ਜਿਸ ਤਰੀਕੇ ਨਾਲ ਦੇਸ਼ ਆਰਥਿਕ ਮੰਦੀ 'ਚ ਚੱਲ ਰਿਹਾ, ਉਸੇ ਤਰੀਕੇ ਨਾਲ ਦੇਸ਼ ਦੇ ਜਿਹੜੀ ਜਨਤਾ ਆ, ਆਮ ਜਨਤਾ ਜਿਹੜੀ, ਉਹਨੂੰ ਵੀ ਇਸ ਲੋਕਡਾਊਨ, ਇਸ ਕਰੋਨਾ ਕਰਕੇ ਬਹੁਤ ਵੱਡੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲੇ ਵੀ ਬਿਲਕੁਲ ਜੀ, ਹਾਲੇ ਵੀ ਉਹ ਪੈਰੀ ਨਹੀਂ ਆਏ, ਕਿਉਂਕਿ ਕਈ ਮਤਲਬ ਬਹੁਤ ਵੱਡੀ ਗਿਣਤੀ 'ਚ ਜੇ ਕਹੀਏ ਤਾਂ ਨੌਕਰੀਆਂ ਕਈਆਂ ਦੀਆਂ ਚਲੇ ਗਈਆਂ, ਬੇਰੁਜ਼ਗਾਰ ਹੋ ਗਏ ਆ, ਖਾਣੇ ਦੇ ਲਾਲੇ ਪੈ ਗਏ ਆ। ਸੋ ਇਹ ਜਿਹੜਾ ਆ ਪੈਕੇਜ, ਇਹਦੀ ਕਿਆਸ ਪਿਛਲੇ 2 ਹਫ਼ਤਿਆਂ ਤੋਂ ਹੀ ਚੱਲਣ ਲੱਗ ਪਈ ਸੀ ਕਿ ਕੇਂਦਰ ਇੱਕ ਹੋਰ ਪੈਕੇਜ ਤਿਆਰ ਕਰ ਰਿਹਾ, ਤੇ ਕੁੱਲ ਮਿਲਾ ਕੇ ਇਹ ਪੈਕੇਜ 2.65 ਲੱਖ ਕਰੋੜ ਦਾ ਆ ਜੀ। ਇਹ ਤੋਂ ਥੋੜ੍ਹਾ ਜਿਹਾ ਵੱਧ ਆ, ਪਰ ਉਹ ਸਾਰਿਆਂ ਨੂੰ ਇਹਨਾਂ ਨੇ ਇਹਦੇ ਵਿੱਚ ਕੀਤਾ ਆ। ਇੱਕ ਤਾਂ ਰਿਐਲਟੀ ਸੈਕਟਰ ਹੋ ਗਿਆ ਜੀ, ਜਿਵੇਂ ਆਪਾਂ ਪ੍ਰਾਪਰਟੀ ਦਾ ਸੈਕਟਰ ਕਹਿ ਦਈਏ, ਇਹਦੇ ਵਿੱਚ ਕਿਸਾਨਾਂ ਨੂੰ ਵੀ ਲਿਆ ਨਾਲ। ਇਸ ਦੇ ਵਿੱਚ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਇੱਕ ਬੇਰੁਜ਼ਗਾਰਾਂ ਲਈ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਸ਼ੁਰੂ ਕੀਤੀ ਆ। ਇਹ ਉਹਨਾਂ ਦਾ ਇੱਕ ਪਹਿਲ ਵੱਡਾ ਕੀਤਾ ਕਿ ਜਿਹੜੇ ਨੌਕਰੀ ਤੋਂ ਰਹਿ ਗਏ ਲੋਕਡਾਊਨ ਦੇ ਵਿੱਚ, ਜਿਨ੍ਹਾਂ ਦੀ ਨੌਕਰੀਆਂ ਚਲੇ ਗਈਆਂ, ਉਹਨਾਂ ਨੂੰ ਨੌਕਰੀ ਦੇ ਕੇ ਆਪਣੇ ਪੈਰਾਂ ਸਿਰ ਖੜੇ ਕਰਨ ਦਾ ਇੱਕ ਸਰਕਾਰ ਦਾ ਯਤਨ ਹੈ। ਮੈਂ ਇਹਦੇ ਨਾਲ ਇੱਕ ਗੱਲ ਹੋਰ ਵੀ ਦੱਸ ਦੇਵਾਂ ਕਿ ਇਸ ਲੋਕਡਾਊਨ ਦੇ ਪੀਰੀਅਡ ਦੌਰਾਨ ਹੀ ਜਿੰਨੇ ਇਹਨਾਂ ਨੇ ਪੈਕੇਜ ਐਲਾਨੇ ਆ, ਉਹਦਾ ਕੁੱਲ ਮਿਲਾ ਕੇ ਜਿਹੜਾ ਅੰਕੜਾ ਬਣਦਾ ਆ ਉਹ 29.87 ਲੱਖ ਕਰੋੜ। ਅੱਛਾ ਜੀ, ਟੋਟਲ ਜਿਹੜਾ ਬਣ ਗਿਆ ਕਰੀਬ ਦੇ ਕਰੀਬ 30 ਲੱਖ ਕਰੋੜ ਦਾ ਜੀ। ਤਾਂ ਇਹ ਜਿਹੜਾ ਅੰਕੜਾ ਆ, ਸਰਕਾਰ ਦੱਸ ਰਹੀ ਆ ਕਿ ਜਿਹੜਾ ਭਾਰਤ ਦੀ ਕੁੱਲ ਜਿਹੜੀ GDP ਆ ਉਹਦਾ 15% ਬਣਦਾ ਆ। ਅੱਛਾ ਜੀ। ਸੋ ਉਹਨਾਂ ਦੇ ਹਿਸਾਬ ਨਾਲ, ਚਾਹੇ ਇਹ ਅੰਕੜੇ ਦੇ ਹਿਸਾਬ ਨਾਲ ਹੋਵੇ, ਚਾਹੇ ਕਾਗਜ਼ਾਂ ਤੱਕ ਸੀਮਿਤ ਹੋਵੇ, ਪਰ ਇਹ ਜਿਹੜੇ ਪੈਕੇਜ ਆ 30 ਲੱਖ ਕਰੋੜ ਦਾ ਕੋਈ ਛੋਟਾ ਨਹੀਂ ਹੁੰਦਾ, ਬਹੁਤ ਵੱਡਾ ਹੁੰਦਾ। ਚਾਹੇ ਜਿੱਥੇ ਮਰਜ਼ੀ ਸੀਮਿਤ ਰਹਿ ਜਾਵੇ, ਆਪਾਂ ਉਹਨੂੰ ਨਾ ਟੱਚ ਕਰਾਂਗੇ ਤਾਂ ਵੀ ਕੋਈ ਗੱਲ ਨਹੀਂ, ਪਰ ਇਹ ਦੇ ਤਾਂ ਰਹੇ ਨਾ ਜੀ, ਆਪਾਂ ਇਸ ਗੱਲ ਨੂੰ ਲੈ ਲੈਂਦੇ ਹਾਂ। ਹੁਣ ਜਿਹੜਾ ਕੱਲ੍ਹ ਜਿਹੜਾ ਐਲਾਨਿਆ ਇਹਨਾਂ ਨੇ 2.65 ਲੱਖ ਕਰੋੜ ਦਾ, ਉਹਦੇ ਵਿੱਚ ਇੱਕ ਤਾਂ ਇਹਨਾਂ ਨੇ ਖਾਦਾਂ ਦੀ ਸਬਸਿਡੀ ਲਈ 65,000 ਕਰੋੜ ਜਾਰੀ ਕੀਤੇ ਆ ਕਿਸਾਨਾਂ ਵਾਸਤੇ। ਇਹ ਕਿਸਾਨਾਂ ਨੂੰ ਫਾਇਦਾ ਹੋਊਗਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਖਾਦਾਂ ਖਰੀਦਣੀਆਂ, ਦਵਾਈਆਂ ਖਰੀਦਣੀਆਂ, ਕਣਕ ਦੀ ਫਸਲ ਬੀਜ ਹੋਣ ਵਾਲੀ ਆ, ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੂੰ ਲੋੜ ਹੋਣੀ ਆ। ਸੋ ਉਹਦੇ ਲਈ ਉਹਨਾਂ ਨੇ ਖਾਦਾਂ ਦੀ ਸਬਸਿਡੀ ਲਈ ਇੰਨੀ ਰਕਮ ਰੱਖੀ ਆ ਜੀ। ਵੱਡੀ ਗੱਲ ਜਿਹੜੀ ਉਹਨਾਂ ਨੇ ਕੀਤੀ ਆ, ਮੈਂ ਗੱਲ ਜਿਹੜੀ ਕਰਦਾ ਸੀਗਾ ਰੁਜ਼ਗਾਰ ਬਾਰੇ, ਉਹਨਾਂ ਨੇ ਇਹ ਕੀਤਾ ਕਿ ਜਿਨ੍ਹਾਂ ਦੀਆਂ ਨੌਕਰੀਆਂ ਚਲੇ ਗਈਆਂ ਔਰ ਉਹ ਅਦਾਰੇ ਉਹਨਾਂ ਨੂੰ ਦੁਬਾਰਾ ਨੌਕਰੀ 'ਤੇ ਰੱਖਦੇ ਆ, ਤੇ ਜੇ ਅਦਾਰੇ ਦੇ ਵਿੱਚ ਗਿਣਤੀ 1000 ਕੁ ਦੀ ਕਰਮਚਾਰੀਆਂ ਦੀ ਆ, ਤਾਂ ਫਿਰ ਉਹਨਾਂ ਨੂੰ EPF ਜਿਹੜਾ ਪ੍ਰੋਵੀਡੈਂਟ ਫੰਡ ਜਿਹੜਾ ਕੱਟਿਆ ਜਾਂਦਾ, ਉਹ ਅਦਾਰੇ ਦੇ ਮਾਲਕ ਵੱਲੋਂ ਵੀ ਜਿੰਨਾ ਫੀਸਦੀ ਬਣਦਾ, ਜਿੰਨਾ ਹਿੱਸਾ ਬਣਦਾ, ਤੇ ਜਿੰਨਾ ਹਿੱਸਾ ਐਮਪਲੋਈ ਦਾ, ਕਰਮਚਾਰੀ ਦਾ ਬਣਦਾ, ਉਹ ਸਰਕਾਰ ਨੇ ਦੇਣਾ ਜੂਨ 21 ਤੱਕ। ਅੱਛਾ ਜੀ, ਅਗਲੇ ਸਾਲ ਦੇ ਜੂਨ 21 ਤੱਕ। ਤੇ ਜੇ ਉਹ ਅਦਾਰੇ ਦੇ ਵਿੱਚ ਕੰਮ ਕਰਨ ਵਾਲੇ ਦੀ ਗਿਣਤੀ 1000 ਤੋਂ ਵੱਧ ਆ, ਤੇ ਫਿਰ ਉਹਦਾ ਫਾਇਦਾ ਜਿਹੜਾ ਉਹ ਸਿਰਫ ਕਰਮਚਾਰੀ ਨੂੰ ਦੇਣਾ, ਜਿਹੜਾ ਉਹ ਮਾਲਕ ਆ, ਜਿਹੜਾ ਅਦਾਰੇ ਦਾ ਜਿਹੜਾ ਹੈਡ ਆ, ਜਿਹਨੇ ਇੱਕ ਐਮਪਲੋਇਰ ਕਹਿ ਦਈਏ, ਉਹਨੂੰ ਆਪਣਾ ਜਿਹੜਾ ਪ੍ਰੋਵੀਡੈਂਟ ਫੰਡ ਦਾ ਹਿੱਸਾ ਆਪਣੇ ਕੋਲੋਂ ਪਾਉਣਾ ਪਊਗਾ। ਸੋ ਇਹ ਜਿਹੜਾ ਹੈ ਰੁਜ਼ਗਾਰ ਦੇਣ ਦਾ ਜਿਹੜਾ ਵਧੀਆ ਤਰੀਕਾ ਆ, ਤਾਂ ਕਿ ਇਹਦੇ ਨਾਲ ਨੌਕਰੀਆਂ ਵੀ ਦਿੱਤੀਆਂ ਜਾ ਸਕਦੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਤਾਂ ਜਿਹਨੂੰ ਨੌਕਰੀਆਂ ਪਹਿਲਾਂ ਚਲੀ ਗਈਆਂ ਸੀ ਉਹ ਵੀ ਹੈ, ਤੇ ਜਿਹੜੇ ਨਵੇਂ ਜਿਹੜੇ ਅਦਾਰੇ ਆ ਉਹ ਨੌਕਰੀਆਂ ਦੇਣਗੇ ਤਾਂ ਉਹਨਾਂ ਨੂੰ PF ਦੇ ਨਾਲ ਜੁੜੇ ਹੋਣ, ਰਜਿਸਟਰਡ ਹੋਣਗੇ ਜਿਹੜੇ, ਉਹ ਹੀ ਨੌਕਰੀਆਂ ਦੇਣਗੇ ਤਾਂ ਫਾਇਦਾ ਹੋਊਗਾ। ਇੱਕ ਤਾਂ ਉਹਨਾਂ ਦਾ ਇਹ ਯਤਨ ਹੋ ਗਿਆ ਵੀ ਸਾਰੇ ਜਿਹੜੇ ਅਦਾਰੇ ਆ
ਉਹ ਪੀਐਫ ਨਾਲ ਜੁੜ ਜਾਣ ਜੀ। ਕਈਆਂ ਦੇ ਹੋ ਸਕਦਾ ਨਾ ਕੀਤੇ ਹੋਣ ਰਜਿਸਟਰਡ, ਤਾਂ ਉਹਨਾਂ ਦੀ ਇਹ ਪਹਿਲ ਆ ਵੀ ਸਭ ਤੋਂ ਵੱਧ ਜਿਹੜੇ ਆ ਇਹ ਅਦਾਰੇ ਪੀਐਫ ਨਾਲ ਜੁੜ ਜਾਣ ਤੇ ਸਿੱਧਾ ਜਿਹੜਾ ਉਹਨੂੰ ਲਾਭ ਕਰਮਚਾਰੀ ਨੂੰ ਮਿਲ ਸਕੇ ਜੋ ਕੰਮ ਕਰਦਾ ਪਿਆ ਉੱਥੇ ਅਦਾਰੇ ਦੇ ਵਿੱਚ। ਸੋ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ 2-3 ਚੀਜ਼ਾਂ ਲਈ ਇਹ ਬਹੁਤ ਵਧੀਆ ਪੈਕੇਜ ਐਲਾਨਿਆ ਆ ਤੇ ਇਹਨੂੰ ਇੱਕ ਕਿਸਮ ਦਾ ਦੀਵਾਲੀ ਦਾ ਤੋਹਫਾ ਵੀ ਮੰਨਿਆ ਜਾ ਰਿਹਾ, ਕਿਉਂਕਿ ਦੀਵਾਲੀ ਨੇੜੇ ਸੀਗੀ ਤਾਂ ਗਿਣਿਆ ਤਾਂ ਜਾ ਰਿਹਾ ਸੀ ਪਹਿਲਾਂ ਤੋਂ ਹੀ ਇਹ ਕੁਛ ਨਾ ਕੁਛ ਮੋਦੀ ਸਰਕਾਰ ਦੇਵੇਗੀ ਤੇ ਹਜੇ ਵੀ ਹੋਰ ਬਹੁਤ ਕੁਝ ਕਰਨ ਦੀ ਲੋੜ ਆ। ਇਹਨੂੰ ਜੇ ਅਮਲੀ ਤੌਰ ਤੇ ਪੂਰਾ ਲਾਗੂ ਕੀਤਾ ਜਾਵੇ ਤਾਂ ਹਰੇਕ ਬੰਦੇ ਜਿਹੜੇ ਲੋੜਵੰਦ ਤੱਕ ਪਹੁੰਚੇ ਤਾਂ ਇਹ ਬਹੁਤ ਵੱਡੀ ਗੱਲ ਆ। ਸਰਕਾਰ ਨੂੰ ਇਹਨੂੰ ਯਕੀਨੀ ਬਣਾਉਣਾ ਚਾਹੀਦਾ ਵੀ ਇਹ ਜਿਹੜਾ ਉਹਨਾਂ ਦਾ ਐਲਾਨਿਆ ਪੈਕੇਜ ਆ, ਜੋ ਵੀ ਪੈਸਾ ਲਾਉਂਦੇ ਆ, ਜੋ ਵੀ ਯੋਜਨਾਵਾਂ ਲਾਉਂਦੇ ਆ, ਉਹ ਲੋੜਵੰਦ ਤੱਕ ਜਿਹਨੂੰ ਜ਼ਰੂਰਤ ਆ ਉਹਦੇ ਤੱਕ ਪਹੁੰਚਣੀ ਜ਼ਰੂਰੀ ਕਰਨੀ ਚਾਹੀਦੀ ਆ। ਜੀ ਸ਼ੇਰਗਿੱਲ ਸਾਹਿਬ, ਤੁਸੀਂ ਗੱਲ ਕੀਤੀ ਇਸੇ ਪੈਕੇਜ ਦੇ ਵਿੱਚ ਕਿ ਜਿਹੜੀਆਂ ਖੇਤੀ ਦੇ ਆਧਾਰਿਤ ਸਨਅਤਾਂ ਜਾਂ ਖੇਤੀ ਨੂੰ ਸਿੱਧਾ ਉਹਦੇ 'ਚ ਸਬਸਿਡਾਈਜ਼ ਕੀਤਾ ਗਿਆ। ਪਹਿਲਾਂ ਵੀ ਖਾਦਾਂ ਤੇ ਕੋਈ ਸਬਸਿਡੀ ਮਿਲਦੀ ਹੈ, ਉਹ ਸਬਸਿਡੀ ਤਾਂ ਮਿਲੂਗੀ, ਚਲੋ ਸਾਡਾ ਸਾਰਾ ਦੇਸ਼ ਜਿਹੜਾ ਖੇਤੀ ਪ੍ਰਧਾਨ ਆ, ਪਰ ਪੰਜਾਬ ਦੇ ਵਿੱਚ ਉਹ ਖਾਦਾਂ ਤੇ ਹਾਲੇ ਤੱਕ ਮਿਲ ਨਹੀਂ ਰਹੀਆਂ ਤੇ ਉਹ ਰੇੜਕਾ ਵੀ ਕਿਤੇ ਮੁੱਕ ਨਹੀਂ ਰਿਹਾ। ਕਿਸਾਨਾਂ ਦੀ ਮੀਟਿੰਗ ਕਿੱਥੇ ਕੁ ਪਹੁੰਚੀ ਹੈ ਜੀ? ਮੈਂ ਇਹਦੇ 'ਚ ਨਾਲ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਸੀ ਤੁਹਾਡੀ ਗੱਲ ਦੇ ਜਵਾਬ ਤੋਂ ਪਹਿਲਾਂ, ਬਈ ਸਬਸਿਡੀ ਠੀਕ ਆ, ਹਰੇਕ ਨੂੰ ਚੰਗੀ ਲੱਗਦੀ ਆ, ਪਰ ਇਸ ਆਰਥਿਕ ਮੰਦੀ ਦੇ ਦੌਰ ਦੇ ਵਿੱਚ ਸਬਸਿਡੀ ਜਦੋਂ ਆਪਾਂ ਇੰਨੀ ਵੱਡੀ ਮਾਤਰਾ 'ਚ ਦਿੰਨੇ ਵੀ ਆ ਤਾਂ ਫਿਰ ਥੋੜ੍ਹਾ ਜਿਹਾ ਆਰਥਿਕ ਮੰਦੀ ਨੂੰ ਹੋਰ ਵੀ ਬਲ ਮਿਲਦਾ। ਕਹਿਣ ਦਾ ਭਾਵ ਇਹ ਹੋਰ ਵੀ ਆਰਥਿਕ ਮੰਦੀ ਇਹਦੇ ਨਾਲ ਆ ਜਾਂਦੀ ਆ ਸਬਸਿਡੀ ਦੇਣ ਨਾਲ। ਖੈਰ ਸਰਕਾਰ ਨੇ ਤਾਂ ਕੰਮ ਕਰਨਾ ਹੁੰਦਾ ਤੇ ਕਿਸਾਨਾਂ ਦੀ ਵੀ ਬਣਦੀ ਆ, ਪਰ ਜੇ ਅਗਲੀ ਗੱਲ ਤੁਸੀਂ ਕਰਦੇ ਆ ਵੀ ਖਾਦਾਂ ਮਿਲ ਨਹੀਂ ਰਹੀਆਂ, ਉਹ ਮਿਲਣੀਆਂ ਕਿੱਥੋਂ ਆ? ਮਾਲ ਗੱਡੀਆਂ ਤੇ ਚੱਲ ਨਹੀਂ ਰਹੀਆਂ ਜੀ, ਉਹ ਰੇੜਕਾ ਹਜੇ ਵੀ ਬਣਿਆ ਹੋਇਆ ਆ। ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਹੋ ਗਿਆ, ਇਹ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਆ ਵੀ ਇੱਕ ਪਹਿਲ ਤਾਂ ਹੋਈ ਆ, ਗੱਲ ਚਲੀ ਹੈ ਤਾਂ ਕहीं ਤੱਕ ਪਹੁੰਚੇਗੀ ਜ਼ਰੂਰ। ਪਹਿਲਾਂ ਗੱਲ ਇਹ ਨਹੀਂ ਸੀ ਚੱਲਦੀ ਤਾਂ ਉਹਦਾ ਕੋਈ ਹੱਲ ਕਿਤੇ ਦਿਸਦਾ ਨਹੀਂ ਸੀ, ਪਰ ਹੁਣ ਜਦੋਂ ਸੈਂਟਰ ਦੇ 2 ਮਿਨਿਸਟਰਾਂ ਨੇ ਰਾਜਨਾਥ ਸਿੰਘ ਦੇ ਪਹਿਲ ਤੇ ਇੱਥੋਂ ਸੁਰਜੀਤ ਕੁਮਾਰੀ ਜੈਣੀ ਨੂੰ ਆਪਾਂ ਭੁੱਲ ਨਹੀਂ ਸਕਦੇ, ਨਾ ਉਹਨੂੰ ਆਪਾਂ ਪਿੱਛੇ ਛੱਡ ਸਕਦੇ ਹਾਂ, ਜਿਨ੍ਹਾਂ ਦੀ ਇਹ ਪਹਿਲ ਕਰਕੇ ਇਹ ਮੀਟਿੰਗ ਦਾ ਦੌਰ ਸ਼ੁਰੂ ਹੋਇਆ। ਸੋ ਇਹ ਇੱਕ ਸਕਾਰਾਤਮਕ ਦੌਰ ਆਪਾਂ ਕਹਿ ਸਕਦੇ ਹਾਂ, ਕਿਸਾਨਾਂ ਦੇ ਮਸਲੇ ਦੇ ਹੱਲ ਹੋਣ ਦੀ ਸ਼ੁਰੂਆਤ ਹੋ ਸਕਦੀ ਆ। ਅੱਗੇ ਕੀ ਹੁੰਦਾ ਆ, ਮੀਟਿੰਗ 'ਚ ਕੀ ਨਿਕਲਦਾ ਆ, ਉਹ ਬਾਅਦ ਦੀਆਂ ਗੱਲਾਂ ਆ, ਪਰ ਇਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਤਾਂ ਕਿਸਾਨਾਂ ਨੇ ਹਾਂ ਪੱਖੀ ਰਵੱਈਆ ਅਪਣਾਇਆ ਵੀ ਹਾਂ ਅਸੀਂ ਮੀਟਿੰਗ ਕਰਾਂਗੇ, ਵੀ ਜੇ ਕਿਤੇ ਅੜ ਜਾਂਦੇ तो फिर उन्होंने लत उपर होनी सी। उन्होंने कहा देखो जी हमने तो मौका दिया था जी, इन्होंने नकार दिया, हम क्या कर सकते हैं। तो उन्होंने तो सौखा जवाब है जी। जी ਅਸੀਂ ਉੱਤਰੀ ਭਾਰਤ ਦੀ ਗੱਲ ਕਰੀਏ ਜਾਂ ਇਕੱਲੇ ਪੰਜਾਬ ਦੀ ਨਾ ਵੀ ਕਰੀਏ ਤੇ 15 ਨਵੰਬਰ ਤੱਕ ਜਿਹੜੀ ਕਣਕ ਆ ਉਹਦੀ ਅਗੇਤੀ ਬਿਜਾਈ ਦਾ ਸਮਾਂ ਮੰਨਿਆ ਜਾਂਦਾ ਤੇ ਬਹੁਤੀ ਬਿਜਾਈ ਸਾਡੀ ਜਿਹੜੀ ਅਗੇਤੀ ਜਾਂ ਹੁਣ ਆਉਣ ਵਾਲੇ 15-20 ਦਿਨਾਂ 'ਚ ਹੋ ਜਾਣੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ 1-2 ਦਿਨਾਂ 'ਚ ਜਿਹੜਾ ਮਸਲਾ ਹੈ ਹੱਲ ਹੋ ਜਾਏ ਤੇ ਦੀਵਾਲੀ ਤੋਂ ਬਾਅਦ ਅਸੀਂ ਨਹੀਂ ਹੋਣਾ ਵੀ ਚਾਹੀਦਾ ਆ। ਬਹੁਤ ਲੰਮਾ ਸਮਾਂ ਹੋ ਗਿਆ, ਇੰਨਾ ਆਰਥਿਕ ਨਾਕਾਬੰਦੀ ਜਿਹੜੀ ਪੰਜਾਬ ਦੀ ਇਹ ਪੰਜਾਬ ਨੂੰ ਹੋਰ ਨਿਗਾਰ ਵੱਲ ਲਿਜਾ ਰਹੀ ਆ। ਸੋ ਇਹ ਕੇਂਦਰ ਨੂੰ ਵੀ ਗੰਭੀਰ ਜੇ ਹੁਣ ਹੋਇਆ ਆ ਤੇ ਇਸੇ ਗੰਭੀਰਤਾ ਨਾਲ ਹੀ ਵਿਚਾਰ ਕਰਕੇ ਇਹਦੇ ਤੇ ਹੱਲ ਕਰੇ ਤਾਂ ਬਹੁਤ ਚੰਗੀ ਗੱਲ ਹੋਵੇਗੀ ਪੰਜਾਬ ਲਈ ਵੀ ਔਰ ਪੂਰੇ ਦੇਸ਼ ਲਈ ਵੀ, ਕਿਉਂਕਿ ਅੰਨ ਤਾਂ ਪੰਜਾਬ ਤੋਂ ਹੀ ਪੈਦਾ ਹੋ ਕੇ ਸਾਰੇ ਦੇਸ਼ ਨੂੰ ਜਾਣਾ ਆ ਤੇ ਜਿਹੜਾ ਕਣਕ ਜਿਹੜੀ ਆ ਉਹ ਕੱਲੀ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਮੁੱਖ ਫਸਲ ਆ। ਬਿਲਕੁਲ, ਜਿਹਦੇ ਤੋਂ ਬਿਨਾਂ ਕਿਸੇ ਵੀ ਛੋਟੇ ਤੋਂ ਲੈ ਕੇ ਵੱਡੇ ਬੰਦੇ ਦਾ ਗੁਜ਼ਾਰਾ ਹੀ ਹੈ ਨਹੀਂ। ਤੇ ਜੇ ਆਪਾਂ ਇਹਨੂੰ ਹੀ ਪਛਾੜ ਦਿੱਤਾ, ਇਹ ਪਛੜ ਕੇ ਬੀਜੀ ਗਈ, ਨਾ ਉਹਦਾ ਝਾੜ ਮਿਲਿਆ ਨਾ ਇਹਨੂੰ ਖਾਦ ਮਿਲੀ, ਤਾਂ ਫਿਰ ਉਹ ਹਾਲ ਦੇਖ ਲਓ ਫਿਰ ਦੇਸ਼ ਦਾ ਕੀ ਹੋਊਗਾ। ਸੋ ਇਹ ਕੇਂਦਰ ਜੇ ਗੰਭੀਰ ਹੁਣ ਹੋਇਆ ਆ, ਕਿਸਾਨ ਵੀ ਇਹਦੇ ਪ੍ਰਤੀ ਸੰਜੀਦਾ ਹੋਏ ਆ ਤੇ ਮੈਨੂੰ ਲੱਗਦਾ ਵੀ ਇਹ ਕਿਸੇ ਨਾ ਕਿਸੇ ਹੱਲ ਨਿਕਲਣਾ ਚਾਹੀਦਾ। ਇਹਦੇ ਵਿੱਚ ਇੱਕ ਗੱਲ ਹੋਰ ਵੀ ਨਵੀਂ ਆਈ ਸੀ ਵੀ ਪੰਜਾਬ ਦੀ ਤਰਫੋਂ ਵੀ ਇੱਕ ਵਧੀਕ ਮੁੱਖ ਸਕੱਤਰ ਆ, ਉਹ ਵੀ ਉਸ ਮੀਟਿੰਗ 'ਚ ਸ਼ਾਮਲ ਹੋ ਰਹੇ ਆ, ਪਰ ਇੱਕ ਜਥੇਬੰਦੀ ਉਹਦੇ ਵਿੱਚ ਅੜ ਗਈ ਆ। ਅੱਛਾ ਜੀ, ਉਹ ਸੀਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ। ਉਹ ਇਸ ਕਰਕੇ ਅੜ ਗਈ ਆ, ਉਹ ਕਹਿੰਦੇ ਸੀਗੇ ਉਹਨਾਂ ਦਾ ਜਿਹੜਾ ਪੁਆਇੰਟ ਸੀ ਨਾ ਉਹ ਕਿਸੇ ਹੱਦ ਤੱਕ ਵਾਜਬ ਵੀ ਲੱਗਦਾ। ਉਹ ਕਹਿੰਦੇ ਵੀ ਮਸਲਾ ਇਕੱਲਾ ਪੰਜਾਬ ਦਾ ਨਹੀਂ ਸੀ, ਹੁਣ ਇਹ ਮਸਲਾ ਬਣ ਗਿਆ ਪੂਰੇ ਦੇਸ਼ ਦਾ। ਤੁਸੀਂ ਇਕੱਲੇ ਪੰਜਾਬ ਵਾਲਿਆਂ ਨੂੰ ਕਿਉਂ ਇਹਨਾਂ ਨੇ ਕਿਸਾਨਾਂ ਨੇ ਬੁਲਾਇਆ ਜੀ? ਬਾਕੀ ਜਿਹੜੀ 260 ਜਥੇਬੰਦੀਆਂ ਜਿਨ੍ਹਾਂ ਦੇ ਨਾਲ ਆਪਾਂ ਦਿੱਲੀ ਮੀਟਿੰਗ ਕਰਕੇ ਆਏ ਸੀਗੇ ਉਹਨਾਂ ਦਾ ਇਹਨਾਂ ਨੇ ਜ਼ਿਕਰ ਕਿਉਂ ਨਹੀਂ ਕੀਤਾ? ਸੋ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਲੱਗਦਾ ਵੀ ਇਕੱਲੇ ਪੰਜਾਬ ਤੱਕ ਹੀ ਮਸਲਾ ਸੀਮਤ ਰੱਖਦੇ ਆ, ਦੇਸ਼ ਵਾਲਿਆਂ ਨੂੰ ਉਹਨਾਂ ਨੇ ਅਣਗੌਲਿਆ ਕੀਤਾ ਹੈ। ਕਿਉਂਕਿ ਉਹਦੇ ਵਿੱਚ ਜੋਗਿੰਦਰ ਯਾਦਵ ਵੀ ਸੀਗੇ, ਮੇਧਾ ਪਾਟਕਰ ਹੋਣੀ ਵੀ ਸੀਗੇ ਤੇ ਹੋਰ ਹਰਿਆਣਾ ਯੂਪੀ ਕਈ ਸਟੇਟਾਂ ਦੇ ਜਿੱਥੇ ਸੀਗੇ ਜਿਹਦੇ ਵਿੱਚ ਤਾਲਮੇਲ ਕਮੇਟੀ ਬਣਾਈ ਸੀਗੀ ਔਰ ਉਹਦੇ ਵਿੱਚ ਪੰਜਾਬ ਤੋਂ ਇੱਕ ਬੰਦਾ ਜਿਹੜਾ ਬਲਵੀਰ ਸਿੰਘ ਰਾਜੇਵਾਲ ਲਿਆ ਸੀਗਾ। ਸੋ ਉਹਨਾਂ ਦਾ ਜਿਹੜਾ ਪੁਆਇੰਟ ਆ ਕਹਿਣ ਦਾ ਵੀ ਹਾਂ ਵੀ ਇਹਨਾਂ ਨੇ ਸਿਰਫ ਪੰਜਾਬ ਨੂੰ ਹੀ ਕਿਉਂ ਸੱਦਿਆ, ਦੇਸ਼ ਨੂੰ ਕਿਉਂ ਨਹੀਂ ਸੱਦਿਆ। ਪਰ ਉਹ ਜੇ ਪੁਆਇੰਟ ਦੇਖਿਆ ਜਾਵੇ ਤਾਂ ਕੁਛ ਹੱਦ ਤੱਕ ਵਾਜਬ ਵੀ ਹੈਗਾ, ਪਰ ਜੇ ਆਪਾਂ ਗੱਲ ਸੁਣ ਵੀ ਲਈਏ ਤੇ 260 ਜਥੇਬੰਦੀਆਂ ਦੀ ਆਪਾਂ ਜੇ ਗੱਲ ਕਰੀਏ ਸਾਰਿਆਂ ਨੂੰ ਬੁਲਾਉਣਾ ਜਾਇਜ਼ ਵੀ ਨਹੀਂ ਲੱਗਦਾ ਦਿੱਲੀ ਦੇ ਵਿੱਚ। ਉਹਦੇ ਇੱਕ ਕਿਸਮ ਦਾ ਫਿਰ ਉੱਥੇ ਘੜਮੱਸ ਜਿਹਾ ਪਾਉਣ ਵਾਲੀ ਗੱਲ ਹੁੰਦੀ ਆ। ਠੀਕ ਹੈ, ਚੋਣਵੇਂ ਬੰਦੇ ਉਹਨਾਂ ਨੇ ਇੱਧਰੋਂ ਵੀ ਸਿਰਫ 3 ਬੰਦਿਆਂ ਦੀ ਗੱਲਬਾਤ ਕਰਨੀ ਆ, ਬੁਲਾਇਆ ਇੱਥੋਂ ਦੀ ਵੀ 29-30 ਜਥੇਬੰਦੀਆਂ ਨੂੰ, ਉਹਦੇ ਵਿੱਚ 3 ਬੰਦੇ ਡਿਪਿਊਟ ਕੀਤੇ ਆ ਜਿਹੜੇ ਉਹਨਾਂ ਮੰਤਰੀਆਂ ਨਾਲ ਗੱਲ ਕਰਨਗੇ ਜੀ।
ਇਸੇ ਤਰ੍ਹਾਂ ਜੇ 260 ਬੰਦਿਆਂ ਦੀ ਜਥੇਬੰਦੀਆਂ ਦੇ ਵਿੱਚੋਂ ਕੁਛ ਇੱਕ ਆਗੂ ਚੁਣ ਲੈਂਦੇ 8-10 ਬੰਦੇ, ਤਾਂ ਹੋ ਸਕਦਾ ਇਹ ਥੋੜਾ ਜਿਹਾ ਮਸਲਾ ਹੋਰ ਵੀ ਹੱਲ ਹੋਣ ਪਾਸੇ ਤੁਰਦਾ। ਜੀ ਚਲੋ ਆਪਾਂ ਇਹਨੂੰ ਇਦਾਂ ਦੇਖ ਲੈਂਦੇ ਹਾਂ ਕਿ ਬੰਦੇ ਤੇ ਉਹੀ 3 ਨੇ ਤੇ ਉਹ ਰਿਪਰੈਜ਼ੈਂਟ ਤੇ ਸਿਰਫ ਸਾਰੇ ਦੇ ਸਾਰੇ ਕਿਸਾਨਾਂ ਨੂੰ ਹੀ ਕਰਦੇ ਨੇ। ਕਰਦੇ ਤਾਂ ਸਾਰੇ ਕਿਸਾਨਾਂ ਨੂੰ ਆ। ਉਹਨੇ ਬਲਵੀਰ ਸਿੰਘ ਰਾਜੇਵਾਲ ਆ, ਦਰਸ਼ਨਪਾਲ ਆ, ਤੇ ਇੱਕ ਹੋਰ ਜਣੇ ਆ, ਤਿੰਨ ਜਥੇਬੰਦੀਆਂ ਦੇ ਆਗੂ ਉਹਨਾਂ ਨੇ ਇੱਥੋਂ ਡਿਪਿਊਟ ਕੀਤੇ, ਕਿਉਂਕਿ ਬੀਤੇ ਦਿਨ ਚੰਡੀਗੜ੍ਹ ਇਹਨਾਂ ਦੀ ਮੀਟਿੰਗ ਹੋਈ ਸੀਗੀ ਜੀ। ਉਸ ਮੀਟਿੰਗ 'ਚ ਫੈਸਲਾ ਕੀਤਾ ਵੀ ਅਸੀਂ ਗੱਲਬਾਤ ਕਰਨ ਲਈ ਜਾਵਾਂਗੇ। ਨਾਲ ਉਹਨਾਂ ਨੇ ਇੱਕ ਹੋਰ ਦੱਸਤਾ ਸੀਗਾ ਵੀ 26 ਔਰ 27 ਨਵੰਬਰ ਨੂੰ ਜਿਹੜਾ ਦਿੱਲੀ ਚਲੋ ਦਾ ਪ੍ਰੋਗਰਾਮ ਆ, ਉਹ ਕਾਫਲਿਆਂ ਦੇ ਰੂਪ 'ਚ ਟਰੈਕਟਰ ਟਰਾਲੀਆਂ ਦੇ ਉੱਤੇ ਬਹਿ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ। ਉਹ ਇਹਨਾਂ ਦਾ ਦੇਸ਼ ਪੱਧਰ ਦਾ ਪ੍ਰੋਗਰਾਮ ਆ, ਕਿਉਂਕਿ ਉਹ ਦਿੱਲੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੀ ਉਲੀਕਿਆ ਗਿਆ ਸੀ। ਪਰ ਇਹਨਾਂ ਨੇ ਇੱਕ ਗੱਲ ਹੋਰ ਅੱਗੇ ਕਰ ਦਿੱਤੀ ਵੀ ਮੀਟਿੰਗ ਤਾਂ ਹਜੇ ਦਿੱਲੀ 'ਚ ਹੋ ਰਹੀ ਹੀ ਆ। ਉਸ ਤੋਂ ਬਾਅਦ 27 ਨਵੰਬਰ ਦਾ ਇਹਨਾਂ ਦਾ ਪ੍ਰੋਗਰਾਮ ਹੈਗਾ। ਉਹਦੇ ਵਿਚਕਾਰ ਇਹਨਾਂ ਨੇ 18 ਨਵੰਬਰ ਦੀ ਇੱਕ ਹੋਰ ਚੰਡੀਗੜ੍ਹ 'ਚ ਮੀਟਿੰਗ ਸੱਦ ਲਈ ਆ। ਉਹਦੇ ਵਿੱਚ ਆਪਣੀ ਕੀ ਰਣਨੀਤੀ ਉਲੀਕਣਗੇ, ਉਹ ਇਸ ਮੀਟਿੰਗ ਤੋਂ ਬਾਅਦ ਦੇ ਹਾਲਾਤ ਨਿਰਭਰ ਕਰੇਗਾ ਵੀ ਉਹ ਕਿਵੇਂ ਦੇ ਹਾਲਾਤ ਬਣਦੇ ਆ ਜੀ। ਇਹਦੇ ਨਾਲ ਵੀ ਜਿਹੜੀ ਚੰਡੀਗੜ੍ਹ ਮੀਟਿੰਗ ਚੱਲੀ ਕਿਸਾਨ ਜਥੇਬੰਦੀਆਂ ਦੀ, ਉਹ ਘੱਟੋ ਘੱਟ 5 ਘੰਟੇ ਤੋਂ ਵੱਧ ਸਮਾਂ ਚੱਲੀ ਆ ਜੀ। ਤੇ ਇਸ ਦੇ ਨਾਲ ਜਿਹੜਾ ਆਪਾਂ ਗੱਲ ਕੀਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ, ਉਹਨਾਂ ਨੇ ਕੱਲ ਉੱਥੇ ਪੰਫਲੇਟ ਵੀ ਅੰਮ੍ਰਿਤਸਰ ਵੰਡੇ ਆ। ਉਹਨਾਂ ਨੇ ਕਿਹਾ ਵੀ ਦੀਵਾਲੀ ਕਾਲੀ ਮਨਾਈ ਜਾਊਗੀ। ਇਹਨਾਂ ਨੇ ਵੀ ਕਿਹਾ ਇਸ ਮੀਟਿੰਗ ਦੇ ਵਿੱਚ ਵੀ ਮਸ਼ਾਲਾਂ ਜਗਾ ਕੇ ਅਸੀਂ ਕਿਸਾਨ ਅੰਦੋਲਨ ਦੀ ਇੱਕ ਜਾਗਰੂਕਤਾ ਪੈਦਾ ਕਰਾਂਗੇ ਵੀ ਅਸੀਂ ਆਪਣੇ ਹੱਕ ਲਈ ਲੜ ਰਹੇ ਹਾਂ। ਦੀਵਾਲੀ ਮੌਕੇ ਇਹਨਾਂ ਨੇ ਮਸ਼ਾਲਾਂ ਜਗਾਉਣ ਦਾ ਵੀ ਇੱਕ ਐਲਾਨ ਕੀਤਾ, ਜੋ ਆਪਣੇ ਆਪ 'ਚ ਇੱਕ ਵਧੀਆ ਮਾਇਨੇ ਰੱਖਦਾ ਆ ਵੀ ਉਹਨਾਂ ਨੇ ਇੱਕ ਦਿਖਾਉਣਾ ਚਾਹੁੰਦੇ ਆ, ਕੇਂਦਰ ਨੂੰ ਦਬਾਅ ਪਾਉਣਾ ਚਾਹੁੰਦੇ ਆ ਵੀ ਤੁਹਾਡੇ ਜਿਹੜੇ ਖੇਤੀ ਕਾਨੂੰਨ ਆ ਉਹ ਸਾਨੂੰ ਕਿਸੇ ਵੀ ਤਰ੍ਹਾਂ ਪਰਵਾਹ ਨਹੀਂ ਆ। ਇਹਨੂੰ ਜੇ ਜਿੰਨਾ ਚਿਰ ਵਾਪਸ ਨਹੀਂ ਲੈਂਦੇ ਅਸੀਂ ਚੁੱਪ ਨਹੀਂ ਬੈਠਾਂਗੇ ਜੀ। ਸੋ ਇਹ ਜਿਹੜਾ 26-27 ਦਾ ਹੁਣੇ ਜਿਹੜਾ ਐਲਾਨ ਕਰਕੇ ਦਿੱਲੀ ਨੂੰ ਗਏ ਆ, ਇਹ ਵੀ ਇੱਕ ਕਿਸਮ ਦਾ ਦਬਾਅ ਪਾਉਣ ਵਾਲਾ ਹੀ ਆ, ਤਾਂ ਕਿ ਉਹਨਾਂ ਤੇ ਦਬਾਅ ਬਣਿਆ ਰਹੇ ਜੀ। ਜਦ ਤੱਕ ਕੋਈ ਹੱਲ ਨਹੀਂ ਨਿਕਲਦਾ ਤਦ ਤੱਕ ਆਪਾਂ ਅਗਲੇ ਅੰਦੋਲਨ ਨੂੰ ਪੋਸਟਪੋਨ ਤਾਂ ਨਹੀਂ ਕੀਤਾ ਜਾ ਸਕਦਾ, ਨਹੀਂ ਕਰ ਸਕਦੇ ਸੀਗੇ। ਬਿਲਕੁਲ ਜੀ, ਸਹੀ ਗੱਲ ਹੈ। ਸ਼ੇਰਗਿੱਲ ਸਾਹਿਬ, ਇਹ ਪੰਜਾਬ ਦੀ ਗੱਲ ਸੀ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਅਸੀਂ ਗੱਲ ਕਰਦੇ ਹਾਂ। ਕੱਲ੍ਹ ਅਸੀਂ ਗੱਲ ਕੀਤੀ ਸੀ ਕਿ ਪੰਜਾਬ ਦੇ ਇੱਕ MP ਸਾਹਿਬ ਨੇ ਬੰਬੇ ਤੋਂ, ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਤੇ ਉਹਦੇ ਕੁਝ ਜਵਾਬ ਆਏ ਨੇ ਜੀ। ਕਰਦੇ ਹਾਂ ਜੀ ਵਿਚਾਰ ਚਰਚਾ ਦੇ ਅਗਲੇ ਹਿੱਸੇ ਵਿੱਚ ਕੁਝ ਹੋਰ ਗੱਲਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਹੈ ਵਿਚਾਰ ਚਰਚਾ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰ ਰਹੇ ਸੀ ਸਰਦਾਰ ਅਵਤਾਰ ਸਿੰਘ ਜੀ ਸ਼ੇਰਗਿੱਲ ਨਾਲ। ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰਦੇ ਸੀਗੇ ਕੱਲ੍ਹ ਅਸੀਂ ਸੁਣਿਆ ਸੀ ਕਿ ਇੱਕ ਸਾਡੇ MP ਸਾਹਿਬ ਨੂੰ ਇਸ ਕਿਸਾਨ ਸੰਘਰਸ਼ ਦੀ ਕਿਤੇ ਕੰਨਾਂ 'ਚ ਖਬਰ ਪਈ। ਉਹਨਾਂ ਦੇ ਸੁੱਤਿਆਂ 1.5 ਮਹੀਨੇ ਬਾਅਦ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਤੇ ਉਹ ਚਿੱਠੀ ਦਾ ਜ਼ਿਕਰ ਅਸੀਂ ਕੱਲ੍ਹ ਕੀਤਾ ਸੀ ਤੇ ਅੱਜ ਉਸ ਚਿੱਠੀ ਦੇ ਕੁਝ ਜਵਾਬ ਆਏ ਨੇ, ਉਹ ਵੀ ਦੱਸਿਓ ਜੀ ਕਿਹਨੇ ਜਵਾਬ ਦਿੱਤਾ ਤੇ ਕੀ ਦਿੱਤਾ। ਦੇਖੋ ਜੀ, ਆਪਾਂ ਅਕਸਰ ਮੈਂ ਸ਼ਬਦ ਯੂਜ਼ ਕਰਦਾ ਹੁੰਦਾ ਦੇਰ ਆਏ ਦਰੁਸਤ ਆਏ ਜੀ, ਪਰ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਦਰੁਸਤ ਵਾਲੀ ਗੱਲ ਆ, ਕਿਉਂਕਿ 1.5 ਮਹੀਨੇ ਬਾਅਦ ਜਾਗ ਆਈ ਜੀ। ਇਹ ਤਾਂ ਫਿਰ ਕੁੰਭ ਕਰਨ ਵਾਲਾ ਹਾਲ ਆਪਾਂ ਕਹਿ ਸਕਦੇ ਹਾਂ ਵੀ ਇਹ ਬੰਦਾ ਸੁੱਤਾ ਹੀ ਰਿਹਾ ਸੀ। ਅਸੀਂ ਪੰਜਾਬ 'ਚ ਜਦੋਂ ਗੱਲ ਕਰਦੇ ਹਾਂ ਅਖਾਣਾਂ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਇਹ ਸਾਡੀ ਜ਼ਿੰਦਗੀ ਦੇ ਤਜਰਬੇ ਨਾਲ ਬਣਦੇ ਨੇ ਅਖਾਣ, ਪਰ ਫਿਰ ਅਸੀਂ ਕਈ ਵਾਰੀ ਵੀ ਕਹਿੰਦੇ ਹਾਂ ਕਿ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਕਿਤੇ ਨਾ ਕਿਤੇ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਰ ਪ੍ਰਮਾਣਿਤ ਸੱਚਾਈ ਤੋਂ ਵੀ ਪਰੇ ਰਹਿੰਦੀਆਂ ਨੇ। ਬਿਲਕੁਲ ਜੀ, ਬਿਲਕੁਲ। ਇਹ ਸਨੀ ਦਿਓਲ ਸਾਹਿਬ ਨੂੰ ਵੀ ਮੈਨੂੰ ਲੱਗਦਾ ਇੱਦਾਂ ਹੀ 1.5 ਮਹੀਨੇ ਬਾਅਦ ਜਾਗ ਆਈ ਆ। ਉਹਨਾਂ ਨੂੰ ਕਿਸੇ ਨੇ ਦੱਸਿਆ ਹੋਣਾ ਵੀ ਦੂਜੇ ਦਿਓਲ ਸਾਹਿਬ ਵੀ ਪੰਜਾਬ 'ਚ ਆਹ ਕੁਛ ਹੋ ਰਿਹਾ, ਇੰਨਾ ਚਿਰ ਹੋ ਗਿਆ, ਤੁਸੀਂ ਕਿਤੇ ਗੱਲ ਹੀ ਨਹੀਂ ਕੀਤੀ, ਕੋਈ ਬਿਆਨ ਸ਼ਾਇਦ ਨਹੀਂ ਦਿੱਤਾ ਜੀ। ਤਾਂ ਮੈਨੂੰ ਲੱਗਦਾ ਕਾਲੀ ਗੁਲੀ ਜੀ ਕਿਹਾ ਹੋਣਾ, ਯਾਰ ਲਿਖੋ, ਪੱਤਰ ਲਿਖੋ, ਦੇਖੀ ਮੁੱਖ ਮੰਤਰੀ ਨੂੰ ਪੱਤਰ ਲਿਖੋ ਤੁਸੀਂ, ਕਿਹੜੀ ਗੱਲ ਹੈ। ਆਪਾਂ ਵੀ ਵਿੱਚ ਇਹਨਾਂ ਜਿਹੜੇ ਭਾਜਪਾ ਦੇ ਹੋਰ ਆਗੂ ਬਿਆਨਬਾਜ਼ੀ ਦੇ ਰਹੇ ਆ ਤੇ ਆਪਾਂ ਕਾਹਨੂੰ ਪਿੱਛੇ ਰਹਿ ਜਾਣਾ ਵੀ ਆਪਾਂ ਬਿਆਨ ਨਾ ਸੀ, ਪੱਤਰ ਹੀ ਲਿਖ ਦਿਓ ਇੱਕ ਅੱਧਾ ਜੀ। ਸੋ ਪੱਤਰ ਲਿਖਿਆ ਸੀਗਾ ਮੁੱਖ ਮੰਤਰੀ ਨੂੰ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ, ਆਪਾਂ ਕੱਲ੍ਹ ਗੱਲ ਕੀਤੀ ਸੀ ਬਈ ਤੁਸੀਂ ਇਹ ਟਰੈਕ ਖਾਲੀ ਕਰਾਓ ਜੀ। ਇੱਕ ਕਿਸਾਨਾਂ ਦੇ ਅੰਦੋਲਨ ਕਰਕੇ ਪੂਰੇ ਪੰਜਾਬ ਦੇ ਆਮ ਲੋਕਾਂ ਨੂੰ ਮੁਸ਼ਕਲਾਂ ਦੇ ਦੌਰ ਵਿੱਚ ਆਪਾਂ ਮੁਸ਼ਕਲਾਂ ਵਿੱਚ ਨਹੀਂ ਪਾ ਸਕਦੇ ਜੀ। ਤੇ ਉਹਦੇ ਬਾਅਦ ਸੁਭਾਵਿਕ ਹੀ ਸੀਗਾ ਵੀ ਪੰਜਾਬ ਦੇ ਜਿਹੜੇ ਕਾਂਗਰਸੀ ਕੈਬਨਿਟ ਮੰਤਰੀਆਂ ਦਾ ਆਉਣਾ ਸੀ ਜਵਾਬ, ਤੇ ਉਹ ਕੈਬਨਿਟ ਮੰਤਰੀ ਹੈ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਬੜੇ ਨੱਪੇ ਤੁਲੇ ਕਹਿ ਸਕਦੇ ਆ ਜਾਂ ਫਿਰ ਬੇਬਾਕ ਹੋ ਕੇ ਸਿੱਧਾ ਜਵਾਬ ਦਿੱਤਾ ਬਈ ਸਨੀ ਦਿਓਲ ਸਾਹਿਬ, ਤੁਸੀਂ ਰੀਅਲ ਜ਼ਿੰਦਗੀ ਦੇ ਵਿੱਚੋਂ ਰੀਅਲ ਜ਼ਿੰਦਗੀ 'ਚ ਆਓ ਜੀ। ਇਹ ਨਹੀਂ ਵੀ ਜੋ ਤੁਹਾਨੂੰ ਡਾਇਲੌਗ ਫਿਲਮਾਂ 'ਚ ਬਣਿਆ ਬਣਾਇਆ ਲਿਖ ਕੇ ਦੇ ਦਿੰਦੇ ਉਹੀ ਬੋਲਣਾ, ਉਹ ਨਹੀਂ ਬਣ ਸਕਦੀ ਗੱਲ ਇੱਥੇ। ਇਹ ਤੁਹਾਨੂੰ ਅਸਲੀ ਜ਼ਿੰਦਗੀ ਦੇ ਵਿੱਚ ਆ ਕੇ ਤੁਹਾਨੂੰ ਦੇਖਣਾ ਪਊਗਾ ਵੀ ਗਰਾਊਂਡ ਰਿਐਲਿਟੀ ਕੀ ਆ, ਵੀ ਇਹਦੇ ਪੰਜਾਬ ਸਰਕਾਰ ਕਿਵੇਂ ਜ਼ਿੰਮੇਵਾਰ ਆ, ਜਿਵੇਂ ਤੁਸੀਂ ਦੱਸ ਰਹੇ ਆ ਜੀ। ਇਹਦੇ 'ਚ ਜ਼ਿੰਮੇਵਾਰ ਤੁਹਾਡੀ ਆਪਣੀ ਸਰਕਾਰ ਸੈਂਟਰ ਦੀ ਆ, ਜਿੱਥੇ ਮੋਦੀ ਸਾਹਿਬ ਬੈਠੇ ਆ, ਜਿੱਥੇ ਅਮਿਤ ਸ਼ਾਹ ਹੋਣੇ ਬੈਠੇ ਆ, ਉਹਨਾਂ ਨੂੰ ਤੁਸੀਂ ਕਹਿਣਾ ਬਣਦਾ ਸੀਗਾ, ਨਾ ਕਿ ਪੰਜਾਬ ਨੂੰ ਚਿੱਠੀ ਲਿਖਣ ਦਾ ਬਣਦਾ ਸੀ। ਆਪਾਂ ਵੀ ਇਹ ਗੱਲ ਕੀਤੀ ਸੀ ਤਾਂ ਉਹ ਮੰਤਰੀ ਸਾਹਿਬ ਨੇ ਵੀ ਉਹੀ ਉਹਨਾਂ ਨੂੰ ਕਿਹਾ, ਉਹ ਇੱਕ ਕਿਸਮ ਦਾ ਉਹਨਾਂ ਨੂੰ ਨਸੀਹਤ ਦਿੱਤੀ ਆ ਜੀ ਵੀ ਤੁਹਾਡੀ ਇਹ ਗੱਲ ਜਿਹੜੀ ਆ ਜੱਚਦੀ ਨਹੀਂ। ਜੇ ਤੁਸੀਂ 50 ਦਿਨਾਂ ਬਾਅਦ ਜਾਗੇ ਵੀ ਆ ਤੇ ਜਾਗੇ ਆ ਕੇ ਵੀ ਤੁਸੀਂ ਰਾਜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ, ਤੇ ਤੁਹਾਡੀ ਗੱਲ ਜੱਚੀ ਨਹੀਂ ਜੀ। ਤੇ ਗੱਲ ਵੈਸੇ ਵੀ ਨਹੀਂ ਜੱਚਦੀ, ਕਿਉਂਕਿ ਸੈਂਟਰ ਦਾ ਉਹ MP, ਸੈਂਟਰ 'ਚ ਉਹਨਾਂ ਦੀ ਸਰਕਾਰ, ਤੇ ਬਜਾਏ ਰੇਲ ਮੰਤਰੀ ਨੂੰ ਚਿੱਠੀ ਲਿਖਣ ਦੇ
ਵੀ ਹਾਂ ਵੀ ਰੇਲ ਟਰੈਕ ਖਾਲੀ ਹੋ ਗਏ ਆ, ਤੇ ਉਹ ਤੋਂ ਤੁਸੀਂ ਮੁੱਖ ਮੰਤਰੀ ਨੂੰ ਕਹਿ ਰਹੇ ਵੀ ਰੇਲ ਟਰੈਕ ਖਾਲੀ ਕਰਾਓ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਹੀ ਨਹੀਂ ਪਤਾ ਅਜੇ ਤੱਕ ਜੀ। ਕਿਉਂਕਿ ਜਦੋਂ ਵੀ ਸੈਂਟਰ ਨੇ ਕਿਸਾਨਾਂ ਨਾਲ ਗੱਲਬਾਤ ਦੀ ਗੱਲ ਮਾੜੀ ਜਿਹੀ ਤੋਰੀ ਆ ਤਾਂ ਉਹਨਾਂ ਨੇ, ਜੇ ਕਿਸਾਨਾਂ ਨੇ ਹਾਂ ਪੱਖੀ ਰਵੱਈਆ ਭਰਿਆ ਤਾਂ ਉਦੋਂ ਨਾਲ ਹੀ ਸੈਂਟਰ ਨੇ ਕੋਈ ਨਾ ਕੋਈ ਸ਼ਰਤ ਰੱਖ ਦਿੱਤੀ ਸੀਗੀ ਜੀ। ਪਹਿਲੀ ਗੱਲਬਾਤ ਤੁਰੀ ਸੀਗੀ ਉਦੋਂ ਸ਼ਰਤ ਰੱਖ ਦਿੱਤੀ ਵੀ ਟਰੈਕ ਖਾਲੀ ਕਰੋ। ਖੈਰ ਉਹਨਾਂ ਨੇ ਫਿਰ ਪੰਜਾਬ ਸਰਕਾਰ ਤੇ ਸਿੱਟਤਾ ਸੀਗਾ ਵੀ ਇਹ ਕਾਨੂੰਨ ਜਿਹੜੇ ਆ ਰੱਦ ਕਰ ਰਹੇ ਆ, ਵਿਧਾਨ ਸਭਾ ਦੇ ਵਿੱਚ ਨਵੇਂ ਬਿੱਲ ਲਿਆ ਰਹੇ ਆ, ਪਾਸ ਕਰਨਗੇ ਤਾਂ ਅਸੀਂ ਟਰੈਕ ਖਾਲੀ ਕਰ ਦਿਆਂਗੇ। ਉਹ ਕਿਸਾਨਾਂ ਨੇ ਉੱਥੋਂ ਸੈਂਟਰ ਦੀ ਗੱਲ ਵੀ ਮੰਨ ਲਈ, ਰੱਖ ਲਈ, ਤੇ ਪੰਜਾਬ ਸਰਕਾਰ ਦੀ ਗੱਲ ਵੀ ਮੰਨ ਲਈ। ਜਦੋਂ ਉਹਨਾਂ ਨੇ ਕੈਪਟਨ ਨੇ ਕਿਹਾ ਸੀ ਵੀ ਹੁਣ ਤੁਹਾਡੀ ਗੱਲ ਅਸੀਂ ਕਰ ਦਿੱਤੀ, ਦੇਖੋ ਜੀ ਵਿਧਾਨ ਸਭਾ ਦੇ ਬਿੱਲ ਪਾਸ ਕਰਤੇ, ਪੰਜਾਬ 'ਚ ਇਹ ਨਹੀਂ ਲਾਗੂ ਹੋਣਗੇ, ਹਾਲਾਂਕਿ ਅਜੇ ਕਾਨੂੰਨ ਨਹੀਂ ਬਣਿਆ, ਉਹ ਬਿੱਲ ਉੱਦਾਂ ਹੀ ਆ। ਉਦੋਂ ਉਹਨਾਂ ਨੇ ਟਰੈਕ ਖਾਲੀ ਕਰਤਾ। ਉਸ ਤੋਂ ਬਾਅਦ ਫੇਰ ਕੇਂਦਰ ਨਾਲ ਗੱਲ ਚੱਲੀ ਗੱਲਬਾਤ ਦੀ, ਤਾਂ ਉਹਨਾਂ ਨੇ ਫੇਰ ਇੱਕ ਹੋਰ ਸ਼ਰਤ ਰੱਖ ਦਿੱਤੀ, ਨਹੀਂ ਜੀ ਇਹ ਪਲੇਟਫਾਰਮ ਤੇ ਬੈਠੇ ਆ, ਪਲੇਟਫਾਰਮ ਤੋਂ ਵੀ ਬਾਹਰ ਜਾਣ। ਹੁਣ ਕਿਸਾਨਾਂ ਦਾ ਦੇਖੋ, ਕਿਸਾਨਾਂ ਦਾ ਅੰਦੋਲਨ ਜੇ ਹੁਣ ਤੱਕ ਸ਼ਾਂਤਮਈ ਚੱਲਿਆ ਤੇ ਇਸੇ ਕਰਕੇ ਚੱਲਿਆ ਵੀ ਉਹਨਾਂ ਨੇ ਆਪਣੇ ਹਿੱਤ ਦੇ ਨਾਲ ਨਾਲ ਪੰਜਾਬ ਦੇ ਹਿੱਤ ਨੂੰ ਵੀ ਮੂਹਰੇ ਰੱਖਿਆ ਜੀ। ਉਹਨਾਂ ਨੇ ਕਿਸੇ ਕਿਸਮ ਦਾ ਪੰਜਾਬ ਦੇ ਵਿੱਚ ਨੁਕਸਾਨ ਨਹੀਂ ਹੋਣ ਦਿੱਤਾ। ਉਹਨਾਂ ਦਾ ਇਹ ਆਪਣੇ ਦਿਲ 'ਚ ਕਿਤੇ ਨਾ ਕਿਤੇ ਉਹਨਾਂ ਦਾ ਇਹ ਜ਼ਰੂਰ ਘਰ ਕਰਦਾ ਵੀ ਸਾਡੇ ਕਰਕੇ ਜੇ ਅਸੀਂ ਨੁਕਸਾਨ ਝੱਲ ਰਹੇ ਹਾਂ। ਦੇਖੋ ਉਹਨਾਂ ਦਾ ਨੁਕਸਾਨ ਬਹੁਤ ਹੋ ਰਿਹਾ ਕਿਸਾਨਾਂ ਦੇ, ਵੱਖਰੀ ਗੱਲ ਹੈ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਨੂੰਨ ਪੂਰੀ ਤਰ੍ਹਾਂ ਅਮਲ 'ਚ ਲਾਗੂ ਹੋ ਗਿਆ ਤੇ ਨੁਕਸਾਨ ਹੋਣਾ ਹੀ ਹੋਣਾ, ਇਹ ਉਹਨਾਂ ਦੇ ਜ਼ਿਹਨ 'ਚ ਪਹਿਲਾਂ ਹੀ ਹੈਗਾ। ਪਰ ਉਹ ਇਹ ਨਹੀਂ ਚਾਹੁੰਦੇ ਵੀ ਪੰਜਾਬ ਦਾ ਨੁਕਸਾਨ ਹੋਵੇ। ਸੋ ਜਿੱਦਾਂ ਉਹਨਾਂ ਦੇ ਸ਼ਰਤਾਂ ਲੱਗਦੀਆਂ ਰਹੀਆਂ ਉਹ ਮੰਨਦੇ ਰਹੇ। ਹੁਣ ਗੱਲ ਕੀ ਹੋਈ, ਪਲੇਟਫਾਰਮ ਛੱਡ ਕੇ ਉਹ ਪਲੇਟਫਾਰਮ ਤੋਂ ਬਾਹਰ, ਸਟੇਸ਼ਨ ਤੋਂ ਬਾਹਰ ਆ ਕੇ ਬਹਿ ਗਏ। ਪਰ ਸਨੀ ਦਿਓਲ ਸਾਹਿਬ ਨੂੰ ਨਹੀਂ ਪਤਾ ਜੀ, ਤੇ ਉਹਨਾਂ ਨੇ ਫਿਰ ਰੰਧਾਵਾ ਸਾਹਿਬ ਨੇ ਉਹਨਾਂ ਦਾ ਫਿਰ ਡਾਇਲੋਗ ਮਾਰਿਆ ਨਾ, ਕਾਤੀਆ ਇਹ 2.5 ਕਿਲੋ ਕਾ ਹੱਥ ਹੈ। ਉਹ ਕਹਿੰਦਾ ਭਾਈ ਆਪਣਾ 2.5 ਕਿਲੋ ਹੱਥ ਜਿਹੜਾ ਨਾ ਇਹ ਕੇਂਦਰ ਸਰਕਾਰ ਦੇ ਦਿਖਾਲ ਜਾ ਕੇ, ਜੇ ਤੂੰ ਵਾਕਈ ਕਿਸਾਨਾਂ ਦੇ ਹੱਕ ਵਿੱਚ ਬੋਲਣਾ ਚਾਹੁੰਦਾ ਆ, ਜੇ ਤੂੰ ਕਿਸਾਨ ਪੱਖੀ ਹੈਗਾ ਤਾਂ ਫਿਰ ਇਹਨੂੰ ਯਾਰ ਜਾ ਕੇ ਤੂੰ ਕੇਂਦਰ ਦੇ ਕੋਲ 2.5 ਕਿਲੋ ਦਾ ਆਪਣਾ ਹੱਥ ਦਿਖਾਲ ਵੀ ਕਿਸਾਨਾਂ ਦਾ ਮਸਲਾ ਹੱਲ ਕਰੋ ਭਾਈ, ਇਹ ਬਹੁਤ ਲੰਬਾ ਹੋ ਗਿਆ। ਤੇ ਨਹੀਂ ਤਾਂ ਜਦੋਂ ਤੁਸੀਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਗੁਰਦਾਸਪੁਰ ਚੋਣ ਵੇਲੇ ਤੁਸੀਂ ਕਹਿੰਦੇ ਸੀ ਆ ਕੇ ਮੈਂ ਕਿਸਾਨ ਦਾ ਪੁੱਤਰ ਆ ਜੀ, ਤੇ ਜੇ ਕਿਸਾਨ ਦਾ ਪੁੱਤਰ ਆ ਤਾਂ ਹੁਣ ਤੂੰ ਕਿਸਾਨ ਦੀ ਰਿਐਲਿਟੀ ਵੀ ਦੇਖ ਲੈ ਵੀ ਇੱਥੇ ਜਿਹੜੇ ਕਾਨੂੰਨ ਲਾਗੂ ਤੁਹਾਡੇ ਸੈਂਟਰ ਸਰਕਾਰ ਨੇ ਕੀਤੇ ਆ ਉਹ ਕਿਸਾਨਾਂ ਲਈ ਕਿੰਨੇ ਕੁ ਮਾਰੂ ਆ, ਇਹਦੇ ਬਾਰੇ ਵੀ ਥੋੜ੍ਹਾ ਵਾਚ ਲਿਆ। ਸੋ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਇੱਕ ਫਿਲਮੀ ਸਟਾਈਲ 'ਚ ਵੀ ਕਹਿ ਸਕਦੇ ਜਵਾਬ ਦਿੱਤਾ ਆ। ਸੋ ਹੁਣ ਪਤਾ ਨਹੀਂ ਉਹਦਾ ਹੁਣ ਉਹ ਜਵਾਬ ਕੀ ਦਿੰਦੇ ਆ ਕੀ ਨਹੀਂ ਦਿੰਦੇ, ਉਹ ਬਾਅਦ ਦੀ ਗੱਲ ਆ। ਪਰ ਫਿਲਹਾਲ ਉਹਨਾਂ ਦੇ ਜਿਹੜੇ ਚਿੱਠੀ ਪੱਤਰ ਦਾ ਇਹ ਕਾਫੀ ਚਰਚਾ ਚੱਲ ਰਹੀ ਹੈ ਜੀ। ਸ਼ੇਰਗਿੱਲ ਸਾਹਿਬ, ਸਨੀ ਦਿਓਲ ਸਾਹਿਬ ਨੇ ਚਿੱਠੀ ਲਿਖੀ, ਮੈਨੂੰ ਲੱਗਦਾ ਨਹੀਂ ਕਿ ਇਹ ਲੋਕ ਇੰਨੇ ਅਵੇਸਲੇ ਹੁੰਦੇ ਆ, ਜਾਂ ਤੇ ਰਾਜਨੀਤੀ ਕਰਦੇ ਨੇ ਤੇ ਜਾਂ ਫਿਰ ਜਿਹੜਾ ਧਿਆਨ ਆ ਉਹ ਭਟਕਾਉਣਾ ਚਾਹੁੰਦੇ ਨੇ। ਤੇ ਅਸੀਂ ਕੇਂਦਰੀ ਕਾਨੂੰਨਾਂ ਦੀ ਹੀ ਗੱਲ ਕਰਦੇ ਸੀਗੇ ਤੇ ਉਹ ਕਾਨੂੰਨਾਂ ਦਾ ਕੁਝ ਹੋਰ ਅਸਰ ਵੀ ਦੇਖਣ 'ਚ ਆਇਆ। ਪੰਜਾਬ ਦੀ ਇੱਕ ਖਬਰ ਸੀ ਕਿ ਜਿਹੜੇ ਕਿਸਾਨ ਨੇ ਉਹ ਬਹੁਤ ਔਖੇ ਨੇ ਤੇ ਜਿਹੜੇ ਸਹਿਕਾਰੀ ਬੈਂਕਾਂ ਦੀ ਜਿਹੜੀ ਹੈਗੀ ਆ ਰਿਕਵਰੀ ਉਹ ਬਹੁਤ ਘਟ ਗਈ ਆ। ਉਹ ਕੀ ਖਬਰ ਹੈ ਜੀ? ਬਿਲਕੁਲ ਜੀ, ਇਹਦੇ ਵਿੱਚ ਤੁਹਾਡੇ ਸਹਿਕਾਰੀ ਬੈਂਕਾਂ ਦੇ ਨਾਲ ਨਾਲ ਆੜ੍ਹਤੀਏ ਵੀ ਹੁਣ ਜਿਹੜਾ ਉਹ ਕਿਸਾਨਾਂ ਨਾਲ ਲੈਣ ਦੇ ਨਿਬੇੜਨ ਤੇ ਤੁਰ ਪਏ ਆ ਜੀ। ਕਿਉਂਕਿ ਉਹ ਹਰ ਵੇਲੇ ਜਦੋਂ ਵੀ ਜੇ ਆਪਾਂ ਕਹਿ ਲਈਏ ਪ੍ਰਧਾਨ ਮੰਤਰੀ ਸਾਹਿਬ ਵੀ ਜਦੋਂ ਸੰਬੋਧਨ ਕਰਦੇ ਹੁੰਦੇ ਸੀ ਕਿ ਤੋਂ ਇਹ ਕਹਿੰਦੇ ਸੀ ਕਿ ਮੈਂ ਵਿਚੋਲੀਏ ਰਹਿਣ ਨਹੀਂ ਦੇਣੇ ਜੀ। ਜਿਹੜੀ ਬਾਕੀ ਵਿਰੋਧੀ ਪਾਰਟੀਆਂ ਇਹ ਵਿਚੋਲੀਆਂ ਨੂੰ ਬਚਾਉਣਾ ਚਾਹੁੰਦੀ ਆ, ਵਿਚੋਲੀਏ ਇਹਨਾਂ ਦੇ ਵਿੱਚ ਆਪਾਂ ਜੇ ਸਿੱਧੇ ਤੌਰ ਤੇ ਨਾ ਵੀ ਲਈਏ ਤੇ ਇਹਨਾਂ ਦੀ ਗੱਲ ਆੜ੍ਹਤੀਆਂ ਦੀ ਜ਼ਰੂਰ ਆ ਜਾਂਦੀ ਆ। ਤੇ ਆੜ੍ਹਤੀ ਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਆ, ਪਹਿਲੇ ਮੁੱਢ ਕਦੀਮੀ ਤੋਂ ਚਲਾ ਆਣ ਡਿਆ ਤੇ ਹੁਣ ਵੀ ਹੈਗਾ ਆ। ਜਦੋਂ ਕਿਤੇ ਲੋੜ ਪਈ ਏਟੀਐਮ ਵਾਂਗੂ ਜਦੋਂ ਮਰਜ਼ੀ ਪੈਸੇ ਕਢਾ ਲਓ, ਜਦੋਂ ਮਰਜ਼ੀ ਮੰਗ ਲਓ। ਉਹ ਤੋਂ ਪੰਜਾਬੀ ਦਾ ਇੱਕ ਬੜਾ ਵਧੀਆ ਖਾਣ ਸੀ ਕਿ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ, ਬਸ ਇਹ ਸ਼ਾਹ ਹੀ ਸੀਗੇ ਜੀ ਕਿਸਾਨਾਂ ਦੇ, ਹੁਣ ਵੀ ਹੈਗੇ ਆ। ਸੋ ਹੁਣ ਆੜ੍ਹਤੀਆਂ ਨੂੰ ਵੀ ਕਿਤੇ ਲੱਗਣ ਲੱਗ ਪਿਆ ਬਈ ਇਹ ਕਿਸੇ ਤਣ ਪਤਣ ਲੱਗਦੀ ਗੱਲ ਠੀਕ ਨਹੀਂ, ਵੀ ਸਾਨੂੰ ਜਿਹੜੇ ਕਿਸਾਨਾਂ ਦੇ ਵੱਲ ਉਹਨਾਂ ਦੇ ਬਕਾਇਆ ਕਾਫੀ ਰਹਿੰਦੇ ਹੁੰਦੇ ਆ ਉਹ ਹੁਣ ਨਿਬੇੜਨਾ ਚਾਹੁੰਦੇ ਆ ਤੇ ਉਹ ਕਿਸਾਨਾਂ ਤੇ ਦਬਾਅ ਪਾਉਣ ਲੱਗ ਪਏ ਵੀ ਸਾਡੇ ਪੈਸੇ ਮੋੜੋ। ਇਸੇ ਤਰ੍ਹਾਂ ਸਹਿਕਾਰੀ ਬੈਂਕਾਂ ਨੇ ਵੀ ਆਪਣਾ ਜਿਹੜਾ ਦਿੱਤਾ ਹੋਇਆ ਕਰਜ਼ਾ ਸੀ ਉਹਦੀ ਰਿਕਵਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਹੁਣ ਕਿਸਾਨ ਜਿਹੜੇ ਆ ਨਾ ਤਾਂ ਉਹਨਾਂ ਨੂੰ ਫਸਲਾਂ ਦਾ ਜੇ ਦੇਖਿਆ ਜਾਵੇ ਤਾਂ ਅਗਲੀ ਫਸਲ ਦਾ ਉਹਨਾਂ ਨੂੰ ਮੁੱਲ ਦੁਬਾਰਾ ਉਸੇ ਤਰੀਕੇ ਨਾਲ ਮਿਲਣਾ ਵੀ ਇੱਕ ਅਸੰਭਵ ਨਾ ਕਹੀਏ ਆਪਾਂ ਚੰਗਾ ਰਹੂਗਾ, ਪਰ ਉਹਨਾਂ ਨੂੰ ਇੱਕ ਮਨ 'ਚ ਸੰਸ਼ਾ ਤਾਂ ਜ਼ਰੂਰ ਹੈਗੀ ਨਾ ਵੀ ਜਿਹੜੀ ਹੁਣ ਮੁੱਲ ਮਿਲ ਗਿਆ, ਹੋ ਸਕਦਾ ਅਗਲੀ ਫਸਲ ਨੂੰ ਜੇ ਕਾਨੂੰਨ ਪੂਰੀ ਤਰ੍ਹਾਂ ਲਾਗੂ ਹੋ ਗਿਆ ਤਾਂ ਉਹ ਮੁੱਲ ਨਹੀਂ ਮਿਲਣਾ। ਤੇ ਸਹਿਕਾਰੀ ਸਭਾਵਾਂ ਨੂੰ, ਸਹਿਕਾਰੀ ਬੈਂਕਾਂ ਨੂੰ ਵੀ ਇਹੀ ਡਰ ਲੱਗਾ ਆ ਵੀ ਸਾਡਾ ਜਿਹੜਾ ਕਰਜ਼ਾ ਦਿੱਤਾ ਹੋਇਆ ਕਿਤੇ ਡੁੱਬ ਨਾ ਜਾਵੇ। ਕਿਉਂਕਿ ਹਰੇਕ ਕਿਸਾਨ ਨੇ ਲਿਮਟਾਂ ਬਣਾਈਆਂ ਹੁੰਦੀਆਂ, ਉਹਦੇ ਵਿੱਚ ਉਹਨਾਂ ਨੇ ਖੇਤੀਬਾੜੀ ਦੇ ਸੰਦ ਲਏ ਹੁੰਦੇ ਆ, ਟਰੈਕਟਰ ਲਏ ਹੁੰਦੇ ਆ, ਇੱਥੋਂ ਤੱਕ ਖਾਦਾਂ ਵੀ ਕਈ ਵਾਰੀ ਚੱਕੀਆਂ ਹੁੰਦੀਆਂ ਉੱਥੋਂ ਸੁਸਾਇਟੀਆਂ ਤੋਂ। ਸੋ ਉਹ ਜਿਹੜਾ ਉਹਨਾਂ ਦਾ ਇੱਕ 69,000 ਦੇ ਕਰੀਬ ਕੁਛ ਹੈਗੇ ਕਿਸਾਨ ਜਿਨ੍ਹਾਂ ਦਾ ਉਹਨਾਂ ਦੇ ਬਕਾਇਆ ਰਹਿੰਦਾ ਆ, ਜਿਹਦੇ ਵਿੱਚ 1200 ਕਰੋੜ ਦਾ ਕੁਛ ਲੱਗਦਾ ਮੈਨੂੰ, ਇਹ ਤੋਂ ਵੱਧ ਘੱਟ ਹੀ ਹੋਊਗਾ, ਰਿਕਵਰੀ ਰਹਿੰਦੀ ਆ। ਉਹ ਰਿਕਵਰੀ ਖੜੀ ਹੋਣ ਕਰਕੇ ਕਿਸਾਨਾਂ ਨੂੰ ਵੀ ਹੁਣ ਇਹ ਛਿੜਿਆ ਵੀ ਅਸੀਂ ਇਹ ਕਿਸ ਤਰੀਕੇ ਨਾਲ ਮੋੜੀਏ, ਇਹਨੂੰ ਕਿੱਦਾਂ ਵਾਪਸ ਕਰੀਏ। ਕਿਉਂਕਿ ਉਹ ਚਾਹੁੰਦੇ ਆ ਸਾਡਾ ਜਿਹੜਾ ਰਿਸ਼ਤਾ ਲੰਮਾ ਇਸੇ ਤਰ੍ਹਾਂ ਚੱਲਦਾ ਰਹੇ, ਜਿਹਨੂੰ ਲੈ ਕੇ ਅੰਦੋਲਨ ਚੱਲਦਾ ਆ ਰਿਹਾ ਵੀ ਉਹ ਤੋਂ ਬਿਨਾਂ ਗੱਲ ਬਣਦੀ ਨਹੀਂ।
ਪਰ ਜੇ ਇਹ ਨਹੀਂ ਹੋ ਸਕਿਆ ਇਸ ਤਰੀਕੇ ਨਾਲ ਤਾਂ ਇਹਨਾਂ ਨੂੰ ਆੜ੍ਹਤੀਆਂ ਨੂੰ ਵੀ ਡਰ ਸਤਾ ਰਿਹਾ, ਸਹਿਕਾਰੀ ਬੈਂਕਾਂ ਨੂੰ ਵੀ ਸਤਾ ਰਿਹਾ, ਤੇ ਉਹ ਤੋਂ ਬਾਅਦ ਕਿਸਾਨਾਂ ਦਾ ਕੀ ਹੱਲ ਹੋਊਗਾ ਉਹ ਤਾਂ ਫਿਰ ਹੁਣ ਜਦੋਂ ਮੀਟਿੰਗਾਂ ਦਾ ਦੌਰ ਚੱਲ ਗਿਆ ਉਹੀ ਪਤਾ ਲੱਗੂਗਾ। ਉਸ ਤੋਂ ਬਾਅਦ ਹੀ ਕਹਿ ਸਕਦੇ ਆਪਾਂ ਕੀ ਬਣ ਸਕਦਾ ਜੀ ਇਹ। ਜੀ, ਪੰਜਾਬ ਦੀ ਜਿਹੜੀ ਖੇਤੀ ਆ, ਪੰਜਾਬ ਦੀ ਨਹੀਂ ਸਾਰੇ ਭਾਰਤ ਦੀ ਹੋਈ ਖੇਤੀ ਜਿਹੜੀ ਉਹ ਕੁਝ ਪਹਿਲਾਂ ਤੇ ਕੁਦਰਤ ਤੇ ਨਿਰਭਰ ਆ, ਉਸ ਤੋਂ ਬਾਅਦ ਉਹ ਪਾਣੀ, ਫਿਰ ਖਾਦਾਂ, ਤੇ ਫਿਰ ਇਹੋ ਜਿਹੇ ਕਾਨੂੰਨ, ਤੇ ਜੇ ਕੁਝ ਮਸਲਾ ਹੱਲ ਹੋ ਜੇ ਤਦ ਹੀ ਠੀਕ ਆ। ਜਦੋਂ ਅਸੀਂ ਗੱਲ ਕਰਦੇ ਸੀਗੇ ਕਿਸਾਨਾਂ ਦੀ ਹਾਲਾਤ ਦੀ, ਤੇ ਉਹਦੇ ਨਾਲ ਇੱਕ ਹੋਰ ਇਹੋ ਜਿਹੀ ਖਬਰ ਸੀ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਇਲੀਗਲ ਵਾਟਰ, ਜਿਹੜਾ ਗਰਾਊਂਡ ਵਾਟਰ ਦਾ ਯੂਜ਼ੇਜ ਆ, ਉਹਦੇ ਲਈ ਵੀ ਕੁਝ ਕਾਨੂੰਨ ਬਣਾਉਣ ਦੀ ਕੁਝ ਗੱਲ ਕੀਤੀ ਆ। ਉਹ ਕੀ ਗੱਲ ਹੈ ਜੀ? ਦੇਖੋ ਜੀ, ਆਪਾਂ ਜੇ ਸੁੱਤੇ ਸਿੱਧ ਦੇਖਿਆ ਜਾਵੇ ਤਾਂ ਪਾਣੀ ਦੀ ਦੁਰਵਰਤੋਂ ਬਹੁਤ ਹੋ ਰਹੀ ਆ ਜੀ। ਇਕੱਲੇ ਪਿੰਡਾਂ ਵਿੱਚ ਹੀ ਨਹੀਂ, ਸ਼ਹਿਰਾਂ ਵਿੱਚ ਵੀ ਬਹੁਤ ਹੋ ਰਹੀ ਹੈ। ਜੇ ਆਪਾਂ ਦੇਖੀਏ ਤਾਂ ਮਣਾਮੂਹੀ ਪਾਣੀ ਡੋਲਿਆ ਜਾ ਰਿਹਾ, ਚਾਹੇ ਕੋਈ ਕਾਰ ਵਾਸ਼ ਕਰਦਿਆਂ ਲੈ ਲਓ, ਚਾਹੇ ਕੁਛ ਕਿਸੇ ਤਰੀਕੇ ਨਾਲ ਵੀ ਲੈ ਲਓ। ਪਾਣੀ ਦੀ ਜਿਹੜੀ 40% ਸਹੀ ਵਰਤੋਂ ਹੁੰਦੀ ਆ, 60% ਤੋਂ ਅਜਾਂ ਹੀ ਜਾਂਦਾ ਹੈ ਜੀ। ਤੇ ਜੇ ਉਹ ਸਮਾਂ ਦੂਰ ਨਹੀਂ ਜਦੋਂ ਆਪਣਾ ਜਿਹੜਾ ਗਰਾਊਂਡ ਵਾਟਰ ਆ, ਧਰਤੀ ਹੇਠਲਾ ਪਾਣੀ ਆ, ਉਹ ਬਹੁਤ ਛੇਤੀ ਖਤਮ ਹੋਣ ਵੱਲ ਤੁਰ ਪਵੇਗਾ ਜੀ। ਕਿਉਂਕਿ ਜੇ ਆਪਾਂ ਦੇਖੀਏ ਝੋਨਾ ਵੀ ਲੱਗਦਾ ਤਾਂ ਉਹਦੇ ਲਈ ਵੀ ਪਾਣੀ ਬਹੁਤ ਲੱਗਦਾ ਆ, ਤੇ ਮੋਟਰਾਂ ਵੀ ਹੁਣ ਅੱਜ ਕੱਲ੍ਹ ਆਪਾਂ ਬਹੁਤ ਵੱਡੇ ਹਾਊਸ ਪਾਵਰ ਵਾਰ ਲੱਗ ਗਈਆਂ ਜੋ ਕਿ ਧੜਾ ਧੜ ਪਾਣੀ ਕੱਢੀ ਜਾਂਦੀਆਂ ਜੀ। ਸੋ ਉਹ ਖੇਤੀਬਾੜੀ ਲਈ ਤਾਂ ਜ਼ਰੂਰੀ ਆ, ਉਹਦੇ ਲਈ ਤਾਂ ਆਪਾਂ ਉਹ ਕੁਝ ਕਹਿ ਨਹੀਂ ਸਕਦੇ। ਉਹਦੇ ਲਈ ਵੀ ਚਲੋ ਜਿੰਨਾ ਕੁ ਝੋਨੇ ਦੀ ਆਪਾਂ ਸਿੱਧੀ ਬਿਜਾਈ ਵੱਲ ਨੂੰ ਵੀ ਤੁਰੇ ਸੀਗੇ ਵੀ ਪਾਣੀ ਘੱਟ ਹੋਵੇ, ਤਾਂ ਮੈਂ ਅੱਜ ਹੀ ਇੱਕ ਬੰਦੇ ਆਪਣੇ ਨਾਲ ਕਿਸੇ ਨਾਲ ਗੱਲ ਹੋਈ ਆ, ਉਹਨੇ ਦੱਸਿਆ ਵੀ ਸਿੱਧੀ ਬਿਜਾਈ ਦਾ ਵੀ ਮੈਨੂੰ ਇੱਕ ਖੇਤ ਵਿੱਚੋਂ ਘੱਟੋ ਘੱਟ 35-36 ਕੁਇੰਟਲ ਜਿਹੜਾ ਝੋਨੇ ਦਾ ਝਾੜ ਨਿਕਲਿਆ, ਜੋ ਆਪਣੇ ਆਪ 'ਚ ਇੱਕ ਰਿਕਾਰਡ ਆ। ਤੇ ਜੇ ਮੈਨੂੰ ਲੱਗਦਾ ਵੀ ਕਿਸਾਨ ਵੀ ਇਸ ਵੱਲ ਨੂੰ ਤੁਰ ਪੈਣ ਸਿੱਧੀ ਬਿਜਾਈ ਵੱਲ ਨੂੰ, ਤੇ ਆਪਾਂ ਉਹ ਪਾਣੀ ਵੀ, ਮੋਟਰਾਂ ਵਾਲਾ ਪਾਣੀ ਵੀ ਬਚਾ ਸਕਾਂਗੇ। ਤੇ ਜੇ ਆਪਾਂ ਇੱਧਰ ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ, ਜਾਂ ਜਿਹੜੇ ਸਰਕਾਰੀ ਟੂਟੀਆਂ ਲੱਗੀਆਂ ਆ, ਤੁਸੀਂ ਆਮ ਹੀ ਦੇਖਿਆ ਹੋਊਗਾ ਜੀ ਪਿੰਡਾਂ ਦੇ ਵਿੱਚ ਮੋੜਾਂ 'ਤੇ ਜੇ ਟੂਟੀਆਂ ਲੱਗੀਆਂ ਆ, ਉਹ ਇੱਕ ਵਾਰੀ ਚੱਲ ਪੈਂਦੀਆਂ ਸਵੇਰ ਤੋਂ ਲੈ ਕੇ, ਮੈਨੂੰ ਲੱਗਦਾ ਨਹੀਂ ਕੋਈ ਬੰਦ ਕਰਨ ਵਾਲਾ ਹੁੰਦਾ। ਜਦੋਂ ਕੋਈ ਪਾਣੀ ਦਾ ਜਿਹੜਾ ਸਮਾਂ ਖਤਮ ਹੁੰਦਾ ਉਦੋਂ ਹੀ ਬੰਦ ਹੁੰਦੀਆਂ। ਸੋ ਇਹਦੇ ਲਈ ਸਰਕਾਰ ਦਾ ਜਿਹੜਾ ਵਾਟਰ ਡਿਵੈਲਪਮੈਂਟ ਅਥਾਰਟੀ ਜਿਹੜੀ ਆ, ਉਹਨੇ ਸਖਤ ਹੋ ਗਈ ਆ। ਇਸ ਤੋਂ ਪਹਿਲਾਂ ਸੈਂਟਰਲ ਬੋਰਡ ਆਫ ਵਾਟਰ ਡਿਵੈਲਪਮੈਂਟ ਅਥਾਰਟੀ, ਉਹ ਵੀ ਸਖਤ ਹੋਈ ਸੀਗੀ। ਉਹਨੇ ਗਾਹਾਂ ਸਟੇਟਾਂ 'ਤੇ ਸਿੱਟਿਆ ਸੀ ਕੰਮ, ਬਈ ਇਹਨੂੰ ਕਿਸੇ ਤਰ੍ਹਾਂ ਕਾਬੂ ਕਰੋ, ਨਹੀਂ ਤਾਂ ਆਉਣ ਵਾਲੀ ਨਸਲ ਸਾਡੀ ਉਹ ਪਾਣੀ ਤੋਂ ਵਾਂਝਾ ਰਹਿ ਜਾਊਗੀ। ਸੋ ਹੁਣ ਇਹਨਾਂ ਨੇ ਇਹ ਕੀਤਾ ਆ ਕਿ ਅਸੀਂ ਜਿਹੜਾ ਜਿੱਥੇ ਵੀ ਦਿਸਿਆ ਵੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਪਾਣੀ ਦੀ ਵਰਤੋਂ ਹੋ ਰਹੀ ਆ, ਉੱਥੇ ਅਸੀਂ ਜੁਰਮਾਨਾ, ਫਾਈਨ ਲਗਾਵਾਂਗੇ। ਉਹ ਫਾਈਨ ਕੀ ਹੋਣਾ ਆ, ਕੀ ਤੈਅ ਕਰਨਾ ਆ, ਉਹ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਗਾਈਡਲਾਈਨਸ ਹੋਣਗੀਆਂ ਉਹਦੇ ਵਿੱਚ ਤੈਅ ਹੋਣਗੇ। ਫਿਲਹਾਲ ਉਹਨਾਂ ਨੇ ਆਪਣੇ ਇਸ ਨੂੰ ਲਾਗੂ ਕਰਨ ਲਈ ਸਵਾਲ, ਆਪਣੇ ਜਿਹੜੇ ਜਵਾਬ, ਇੱਕ ਸੁਝਾਅ ਮੰਗ ਲਿਆ ਜੀ। ਉਹਨਾਂ ਨੇ ਸਵਾਲ ਰੱਖੇ ਸੀਗੇ ਵੀ ਅਸੀਂ ਜੁਰਮਾਨਾ ਲਾਉਣਾ ਚਾਹੁੰਦੇ ਆ, ਪਾਣੀ ਦੀ ਗੈਰ ਕਾਨੂੰਨੀ ਦੁਰਵਰਤੋਂ ਜਿਹੜੀ ਆ, ਗੈਰ ਕਾਨੂੰਨੀ ਵਰਤੋਂ ਜਿਹੜੀ ਰੋਕਿਆ ਜਾ ਸਕੇ। ਸੋ ਉਹਨਾਂ ਨੇ ਵੱਧ ਤੋਂ ਵੱਧ ਸੁਝਾਅ ਮੰਗੇ ਆ ਵੀ ਸਾਨੂੰ ਸੁਝਾਅ ਦਿਓ ਤਾਂ ਕਿ ਇਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਤੇ ਪਾਣੀ ਦੀ ਜਿਹੜੀ ਦੁਰਵਰਤੋਂ ਹੋ ਰਹੀ ਆ ਉਹਨੂੰ ਰੋਕੀ ਜਾ ਸਕੇ। ਸੈਂਟਰ ਬੋਰਡ ਨੂੰ ਵੀ ਅਸੀਂ ਜਵਾਬ ਦੇ ਆ, ਉੱਥੇ ਵੀ ਦੱਸਣਾ ਪੈਣਾ ਸਾਨੂੰ ਵੀ ਅਸੀਂ ਆਹ ਕੰਮ ਕੀਤੇ ਆ ਪਾਣੀ ਦੀ ਦੁਰਵਰਤੋਂ ਰੋਕਣ ਲਈ। ਜੀ, ਸਰਕਾਰ ਨੇ ਤਾਂ ਕਰਨਾ ਹੀ ਕਰਨਾ ਆ। ਸਾਡੀ ਵੀ ਸਾਰੇ ਲੋਕਾਂ ਨੂੰ ਅਪੀਲ ਆ ਕਿ ਜਿਹੜੀ ਪਾਣੀ ਦੀ ਦੁਰਵਰਤੋਂ ਜਿੰਨੀ ਘੱਟ ਤੋਂ ਘੱਟ ਹੋ ਸਕੇ ਉਨੀ ਚੰਗੀ ਹੈ। ਬਿਲਕੁਲ ਚੰਗੀ ਗੱਲ ਹੈ ਜੀ, ਤਾਂ ਹੀ ਇਹਨੇ ਤਾਂ ਆਉਣ ਵਾਲੀ ਨਸਲਾਂ, ਮੈਂ ਪਹਿਲਾਂ ਵੀ ਦੱਸਿਆ, ਵੀ ਪਾਣੀ ਤੋਂ ਵਾਂਝਾ ਰਹਿ ਜਾਣਗੀਆਂ ਜੀ। ਬਹੁਤ ਹੀ ਇਹ ਚਿੰਤਾਜਨਕ ਵਿਸ਼ਾ ਆ ਜੀ। ਜਦੋਂ ਸਮਾਂ ਉਹਦੀ ਪਾਣੀ ਦੀ ਮਹੱਤਤਾ ਦਾ ਉਦੋਂ ਪਤਾ ਲੱਗਦਾ ਜਦੋਂ ਕਿਸੇ ਇੱਕ ਦਿਨ ਜਾਂ 2 ਦਿਨ ਪਾਣੀ ਨਾ ਮਿਲੇ। ਬਿਲਕੁਲ ਜੀ, ਬਿਲਕੁਲ। ਅਸੀਂ ਇਹਨੂੰ ਗਵਾਉਣੇ ਤਾਂ ਰਹਿੰਦੇ ਆ, ਪਰ ਉਹ ਬੜੇ ਜ਼ਰੂਰੀ ਚੀਜ਼ ਹੈ। ਉਦੋਂ ਤਰਾਹ ਕਰਦੇ ਹੁੰਦੇ ਫਿਰ। ਜੀ ਜੀ ਬਿਲਕੁਲ। ਸ਼ੇਰਗਿੱਲ ਸਾਹਿਬ, ਸਮਾਂ ਫਿਰ ਇੱਕ ਬ੍ਰੇਕ ਦਾ ਹੋ ਗਿਆ। ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਵੱਖੋ ਵੱਖਰੇ ਵਿਚਾਰਾਂ ਤੇ ਚਰਚਾ ਕਰਦੇ ਕਰਦੇ ਅਸੀਂ ਪ੍ਰੋਗਰਾਮ ਵਿਚਾਰ ਚਰਚਾ ਦੇ ਆਖਰੀ ਭਾਗ ਵਿੱਚ ਪਹੁੰਚ ਗਏ ਹਾਂ। ਤੇ ਸ਼ੇਰਗਿੱਲ ਸਾਹਿਬ, ਅਸੀਂ ਗੱਲ ਕਰ ਹਟੇ ਸੀ ਪਹਿਲਾਂ ਪਾਣੀ ਦੀ ਦੁਰਵਰਤੋਂ ਤੇ ਪੰਜਾਬ ਦੇ ਵਿੱਚ ਹੀ ਇੱਕ ਹੋਰ ਗੱਲ ਛਿੜੀ ਹੋਈ ਆ ਕਿ SGPC ਇਲੈਕਸ਼ਨਸ ਦੀ, ਤੇ ਉੱਥੇ ਕਾਫੀ ਦੇਰ ਤੋਂ ਅਸੀਂ ਇਹਦੇ ਬਾਰੇ ਵੱਖ-ਵੱਖ ਵਿਚਾਰ ਸੁਣਦੇ ਰਹਿੰਦੇ। ਤੇ ਹੁਣ ਕੀ ਗੱਲ ਹੈ ਜੀ ਇਸ ਵਿੱਚ? ਦੇਖੋ, ਜਦੋਂ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਸੀ ਜੀ, ਉਦੋਂ ਹੀ ਲੱਗਣ ਲੱਗ ਪਿਆ ਸੀਗਾ ਵੀ ਕੇਂਦਰ ਜਿਹੜਾ ਆ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕਰੇਗਾ ਜੀ। ਔਰ ਉਹਨੇ ਥੋੜੇ ਦਿਨਾਂ ਦੇ ਵਿੱਚ ਹੀ ਨਿਯੁਕਤੀ ਕਰ ਵੀ ਦਿੱਤੀ ਸੀ। ਸਾਰੋਂ ਰਿਟਾਇਰਡ ਜਸਟਿਸ ਸਾਰੋਂ ਆ, ਉਹਨਾਂ ਨੂੰ ਉਹ ਚੇਅਰਮੈਨ ਨਿਯੁਕਤ ਕੀਤਾ, ਪਰ ਹਾਲੇ ਤੱਕ ਉਹਨਾਂ ਨੂੰ ਨਾ ਦਫ਼ਤਰ ਮਿਲਿਆ, ਨਾ ਹੀ ਅਜੇ ਉਹ ਅਹੁਦਾ ਸੰਭਾਲ ਸਕੇ ਆ, ਉਹਨਾਂ ਨੂੰ ਸਟਾਫ ਵੀ ਨਹੀਂ ਮਿਲਿਆ। ਉਹ ਵੀ ਉੱਥੇ ਵੀ ਗੱਲ ਇੱਕ ਛਛੋਪੰਜ ਵਾਲੀ ਹੀ ਹੈ। ਪਰ ਉਹ ਤਾਂ ਹੋ ਗਈ ਪ੍ਰਸ਼ਾਸਨਿਕ ਤਿਆਰੀ। ਕੇਂਦਰ ਕਦੋਂ ਕਰਾਉਂਦਾ ਆ, ਕੇਂਦਰ ਨੇ ਕਰਾਉਣੀਆਂ ਹੁੰਦੀਆਂ। ਗੁਰਦੁਆਰਾ ਚੋਣ ਬੋਰਡ ਆ, ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਆ, ਉਹ ਕਦੋਂ ਕਰਾਉਂਦਾ ਆ, ਉਹ ਬਾਅਦ ਦੀ ਗੱਲ ਆ। ਪਰ ਸਿਆਸੀ ਤੌਰ 'ਤੇ ਜਿਹੜੀ ਹਲਚਲ ਆ ਉਹ ਕਾਫੀ ਤੁਰ ਪਈ ਆ। ਪਰ ਜਿਹੜੀ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਕਾਬਜ਼ ਆ, ਉਹਨਾਂ ਵੱਲੋਂ ਹਜੇ ਹਲਚਲ ਕੋਈ ਨਹੀਂ ਦਿਸ ਰਹੀ ਜੀ। ਮੇਰਾ ਕਹਿਣ ਦਾ ਭਾਵ ਅਕਾਲੀ ਦਲ ਜਿਹੜੀ ਬਾਦਲ ਦੀ ਆ, ਕਿਉਂਕਿ ਸਾਰਾ ਉਹਨਾਂ ਦਾ ਹੀ ਹੈ ਕਬਜ਼ਾ ਸ਼੍ਰੋਮਣੀ ਕਮੇਟੀ ਤੇ, ਪਹਿਲਾਂ ਵੀ ਉਹਨਾਂ ਦੇ ਜ਼ਿਆਦਾ ਮੈਂਬਰ ਆ। ਉਹਨਾਂ ਵੱਲੋਂ ਤਾਂ ਕੋਈ ਹਜੇ ਸਿਆਸੀ ਹਲਚਲ ਇਸ ਪਿੱਛੋਂ ਨਹੀਂ ਦਿਖੀ ਆ।
ਧਾਰਮਿਕ ਸੰਸਥਾ ਆ, ਧਾਰਮਿਕ ਪੱਧਰ ਤੇ ਹੀ ਇਹਨੂੰ ਲਿਆ ਜਾ ਸਕਦਾ ਆ। ਤੇ ਇਹਨੂੰ ਲੈ ਕੇ 5 ਜਿਹੜੇ ਪ੍ਰਮੁੱਖ ਧਾਰਮਿਕ ਆਗੂ ਕਹਿ ਲਈਏ ਜਾਂ ਪੰਥਕ ਆਗੂ ਕਹਿ ਲਈਏ, ਜਿਨ੍ਹਾਂ ਵਿੱਚ ਅਕਾਲੀ ਦਲ ਤੋਂ ਨਾਰਾਜ਼ ਹੋ ਕੇ ਵੱਖਰੀ ਪਾਰਟੀ ਬਣਾ ਕੇ ਅਕਾਲੀ ਦਲ ਡੈਮੋਕ੍ਰੈਟਿਕ ਜਿਨ੍ਹਾਂ ਨੇ ਬਣਾਈ ਆ, ਉਹਨਾਂ ਦਾ ਨਾਂ ਸੁਖਦੇਵ ਸਿੰਘ ਢੀਂਡਸਾ ਜੀ। ਦੂਜੇ ਨੰਬਰ ਤੇ ਅਕਾਲੀ ਦਲ ਟਕਸਾਲੀ, ਜਿਹੜੇ ਕਿ ਢੀਂਡਸੇ ਹੁਣ ਉਹਦੇ ਵੀ ਪਹਿਲਾਂ ਪਾਰਟੀ ਬਣਾ ਗਏ ਸੀਗੇ, ਬਾਦਲ ਦਲ ਨਾਲ ਤੋੜ ਵਿਛੋੜਾ ਕਰਕੇ, ਰਣਜੀਤ ਸਿੰਘ ਬ੍ਰਹਮਪੁਰਾ। ਫਿਰ ਇੱਕ ਅਕਾਲੀ ਦਲ 1920 ਆ ਜੀ, ਜਿਨ੍ਹਾਂ ਦੇ ਰਵੀ ਇੰਦਰ ਸਿੰਘ ਆ। ਤੇ ਇੱਕ ਪੰਥਕ ਅਕਾਲੀ ਲਹਿਰ ਦੇ ਆਗੂ ਆ, ਸਾਬਕਾ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਭਾਈ ਰਣਜੀਤ ਸਿੰਘ ਹੁਣੀ ਆ। ਤੇ ਇੱਕ ਨਾਲ ਇਹਨਾਂ ਦੇ ਜਿਹੜੇ ਉਹ ਬਾਬਾ ਸਰਬਜੋਤ ਸਿੰਘ ਬੇਦੀ ਹੁਣੀ ਆ। ਇਹ 5 ਆਗੂਆਂ ਦੀ ਬੀਤੇ ਦਿਨ ਜਲੰਧਰ ਵਿੱਚ ਇੱਕ ਮੀਟਿੰਗ ਹੋਈ ਸੀ। ਇਹਨਾਂ ਦੀ ਕੋਸ਼ਿਸ਼ ਤਾਂ ਪਹਿਲਾਂ ਤੋਂ ਹੀ ਰਹੀ ਆ, ਜਦੋਂ ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਡੈਮੋਕ੍ਰੈਟਿਕ ਅਕਾਲੀ ਦਲ ਵੱਖਰਾ ਬਣਾਇਆ, ਉਦੋਂ ਵੀ ਇਹਨਾਂ ਦੀ ਕਿਤੇ ਨਾ ਕਿਤੇ ਰਣਜੀਤ ਸਿੰਘ ਬ੍ਰਹਮਪੁਰੇ ਨਾਲ ਚੱਲਦੀ ਸੀ ਗੱਲਬਾਤ। ਇਹ ਪਹਿਲਾਂ ਉਹਨਾਂ ਨਾਲ ਇਕੱਠੇ ਸੀਗੇ, ਬਾਅਦ 'ਚ ਵੱਖ ਹੋ ਕੇ ਆਪਣੀ ਵੱਖਰੀ ਬਣਾ ਲਈ। ਫਿਰ ਵੀ ਉਹਨਾਂ ਦੀ ਸੀਗੀ ਵੀ ਕਿਤੇ ਨਾ ਕਿਤੇ ਜਾ ਕੇ ਰਲਣਗੇ। ਪਰ ਹੁਣ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣਾਂ ਦੇ ਵਿੱਚ ਇਹਨਾਂ ਨੇ ਆਪਸ 'ਚ ਰਲ ਕੇ ਚੋਣ ਲੜਨ ਦਾ ਐਲਾਨ ਕੀਤਾ ਹੈ, ਪਰ ਨਾਲ ਇਹਨਾਂ ਨੇ ਇਹ ਵੀ ਕਿਹਾ ਵੀ ਸਾਡੇ 5 'ਚੋਂ ਕੋਈ ਚੋਣ ਨਹੀਂ ਲੜੂਗਾ ਜੀ। ਨਾਲ ਉਹਨਾਂ ਨੇ ਇਹ ਕਿਹਾ ਵੀ ਪੰਥਕ ਸੋਚ ਰੱਖਣ ਵਾਲੇ, ਧਾਰਮਿਕ ਬਿਰਤੀ ਵਾਲੇ ਜਿੰਨੇ ਵੀ ਹੈਗੇ ਆ, ਜੋ ਬਾਦਲ ਦਲ ਨੂੰ ਪਸੰਦ ਨਹੀਂ ਕਰਦੇ, ਬਾਦਲ ਪਰਿਵਾਰ ਨੂੰ ਪਸੰਦ ਨਹੀਂ ਕਰਦੇ, ਅਸੀਂ ਉਹਨਾਂ ਨੂੰ ਸੱਦਾ ਦਿੰਦੇ ਆ, ਅਪੀਲ ਕਰਦੇ ਆ ਵੀ ਤੁਸੀਂ ਸਾਡੇ ਨਾਲ ਆ ਕੇ ਜੁੜੋ। ਅਸੀਂ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਪਰਿਵਾਰ ਦਾ ਗਲਬਾ ਆ ਉਹ ਤੋੜਨਾ ਆ ਤੇ ਅਸੀਂ ਆਪਣੇ ਮੈਂਬਰ ਨਿਯੁਕਤ ਕਰਨੇ ਆ, ਆਪਣੀ ਚੋਣ ਆਪਣੇ ਤੌਰ ਤੇ ਲੜਨੀ ਆ। ਹੁਣ ਇਹ ਤਾਂ ਜਦੋਂ ਚੋਣਾਂ ਦਾ ਐਲਾਨ ਹੋਊਗਾ ਉਦੋਂ ਹੀ ਪਤਾ ਲੱਗੂਗਾ ਵੀ ਇਹਨਾਂ ਨਾਲ ਕਿੰਨੇ ਕੁ ਪੰਥਕ ਬਿਰਤੀ ਵਾਲੇ ਜੁੜਦੇ ਆ ਤੇ ਕਿੰਨੇ ਕੁ ਧਾਰਮਿਕ ਬਿਰਤੀ ਵਾਲੇ ਜੁੜਦੇ ਆ। ਪਰ ਉਹਨਾਂ ਦੀ ਇੱਕ ਪਹਿਲ ਸ਼ੁਰੂ ਹੋ ਗਈ ਆ, ਇੱਕ ਗਹਿਮਾ ਗਹਿਮੀ ਜ਼ਰੂਰ ਹੋ ਗਈ ਆ ਪੰਜਾਬ ਦੇ ਵਿੱਚ। ਪਹਿਲਾਂ ਵੀ ਇਹ 5 ਆਗੂ ਇਕੱਠੇ ਹੋ ਗਏ ਆ, ਹੁਣ ਇਹ ਕੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ, ਉਹ ਹੁਣ ਲੋਕਾਂ ਦੇ ਵਿੱਚ ਇੱਕ ਕਿਉਰਿਓਸਿਟੀ ਬਣ ਗਈ ਆ। ਕਿਉਂਕਿ ਜਿੰਨੀਆਂ ਕੁ ਆਪਾਂ ਦੇਖੀਏ, ਜੇ ਵਿਧਾਨ ਸਭਾ ਚੋਣਾਂ ਹੋਣ ਚਾਹੇ ਲੋਕ ਸਭਾ ਚੋਣਾਂ ਹੋਣ, ਉਹਨਾਂ ਦਾ ਆਪਣਾ ਇੱਕ ਰੁਝਾਨ ਹੁੰਦਾ ਆ। ਤੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਪੰਜਾਬ ਨੂੰ ਖਾਸ ਕਰਕੇ ਤੇ ਵਿਦੇਸ਼ਾਂ 'ਚ ਬੈਠੇ ਸਾਡਾ ਸਿੱਖ ਭਾਈਚਾਰਾ, ਉਹਨਾਂ ਦਾ ਆਪਣਾ ਹੀ ਇੱਕ ਫੋਕਸ ਹੁੰਦਾ ਵੀ ਹਾਂ ਵੀ ਹੁਣ ਕੀ ਬਣੇਗਾ। ਸੋ ਆਉਣ ਵਾਲਾ ਸਮਾਂ ਇਹਦੇ ਵਿੱਚ ਹੋਰ ਗਹਿਮਾ ਗਹਿਮੀ ਵਧਣ ਦੀ ਸੰਭਾਵਨਾ ਹੈ ਜੀ। ਨਵੀਂ ਸਫਬੰਦੀ ਜ਼ਰੂਰ ਹੋ ਰਹੀ ਹੈ, ਬਿਲਕੁਲ ਹੋ ਰਹੀ ਹੈ। ਤੇ ਆਪਾਂ ਗੱਲ ਕਰਦੇ ਹਾਂ ਜੀ ਅਗਲੀ ਕਰੋਨਾ ਦੀ। ਤੇ ਕੱਲ ਅਸੀਂ ਬੀਤੇ ਦਿਨੀ ਗੱਲ ਕੀਤੀ ਸੀ, ਅਸੀਂ ਫਾਈਜ਼ਰ ਦੀ ਆਪਣੇ ਟੀਕੇ ਨੂੰ ਕਿਹਾ ਸੀ, ਉਹਨਾਂ ਨੇ ਕਿ 90% ਸਫਲ ਆ। ਤੇ ਅੱਜ ਸਪੂਤਨਿਕ ਨੇ ਕਹਿਤਾ ਕਿ ਅਸੀਂ ਰੇਸ 'ਚ ਅੱਗੇ ਹਾਂ, ਸਾਡਾ 92% ਸਫਲ ਆ। ਤੇ ਕਰੋਨਾ ਦੀ ਕੀ ਸਥਿਤੀ ਆ ਜੀ ਭਾਰਤ ਦੀ ਤੇ ਦੁਨੀਆ ਦੀ? ਦੇਖੋ ਜੀ, ਕਰੋਨਾ ਦੀ ਭਾਰਤ ਵਿੱਚ ਸਥਿਤੀ ਹਜੇ ਫਿਲਹਾਲ ਰਾਹਤ ਵਾਲੀ ਹੀ ਕਰਾਂਗੇ। 48,000 24 ਘੰਟਿਆਂ 'ਚ ਕੇਸ ਆਏ ਆ ਤੇ 600 ਦੇ ਕਰੀਬ ਮੌਤਾਂ ਆ। ਪਰ ਦਿੱਲੀ 'ਚ ਇਹ ਭਿਆਨਕ ਪੱਧਰ ਤੇ ਫੈਲ ਰਹੀ ਆ ਜੀ, ਕਿਉਂਕਿ ਉੱਥੇ ਰਿਕਾਰਡ 8,500 ਕੇਸ 24 ਘੰਟੇ 'ਚ ਆਏ ਆ, ਔਰ ਮੌਤਾਂ ਦੀ ਗਿਣਤੀ ਜਿਹੜੀ ਆ ਉਹ 24 ਘੰਟਿਆਂ 'ਚ 104 ਜੀ। ਸੋ ਇਹ ਬਹੁਤ ਹੀ ਖਤਰਨਾਕ ਲੈਵਲ ਤੇ ਚੱਲ ਗਈ ਆ ਦਿੱਲੀ ਦੇ ਵਿੱਚ। ਕਾਰਨ ਕੀ ਆ? ਇਹ ਆਪਾਂ ਹੁਣ ਦੇਖੋ, ਉੱਥੇ ਕੱਟ-ਕੁੱਟ ਤਾਂ ਹੁੰਦੇ ਰਹਿੰਦੇ ਆ ਬਹੁਤ। ਉਹਨਾਂ ਨੇ ਸੀਰੋ ਜਿਹੜੀਆਂ ਸਰਵੇਖਣ ਵੀ ਕੀਤੇ, ਉਹਨਾਂ ਵਿੱਚ ਬਹੁਤ ਪਹਿਲੇ ਲੈਵਲ ਤੇ ਉਹਨਾਂ ਨੇ ਕਾਬੂ ਕਰ ਲਿਆ ਸੀਗਾ। ਪਰ ਹੁਣ ਜਿਹੜਾ ਉਹਨਾਂ ਦਾ ਕਹਿਣਾ ਆਪਣੇ ਆਪ ਹੀ ਆ ਸਰਕਾਰ ਦਾ, ਅੱਜ ਕੇਜਰੀਵਾਲ ਨੇ ਵੀ ਕਿਹਾ ਬਈ ਇਹਨੂੰ 7 8 10 ਦਿਨ ਦੇ ਵਿੱਚ ਕਾਬੂ ਕਰਨਾ ਚਾਹੀਦਾ ਆ, ਕਾਬੂ ਕੀਤਾ ਜਾਵੇ, ਨਹੀਂ ਤਾਂ ਇਹ ਹੋਰ ਫੈਲ ਸਕਦੀ ਆ। ਤੇ ਜੇ ਤੀਜੀ ਲਹਿਰ ਵੱਡੇ ਪੱਧਰ ਤੇ ਫੈਲ ਗਈ ਤਾਂ ਫਿਰ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ। ਇਹਦੇ ਨਾਲ ਮੈਂ ਹੋਰ ਵੀ ਕਹਾਂ ਵੀ ਦੇਸ਼ ਪੱਧਰ ਤੇ ਜੇ ਆਪਾਂ 48,000 ਕੇਸਾਂ ਦੀ ਕਹਿੰਦੇ ਆ, ਪਰ ਉਹਦੇ ਨਾਲ ਹੁਣ ਤਿਉਹਾਰਾਂ ਦਾ ਸੀਜ਼ਨ ਆ, ਇਹਦੇ ਵਿੱਚ ਵੀ ਖਤਰਾ ਬਣਿਆ ਰਹਿਣਾ ਆ। ਕਿਉਂਕਿ ਦੀਵਾਲੀ ਜਿਹੜੀ ਆ ਇਹ ਹੁਣ ਉਹ ਸਮੇਂ ਵਾਲੀ ਦੀਵਾਲੀ ਜਿਹੜੀ ਪਿਛਲੀਆਂ ਟਾਈਮਾਂ ਵਾਲੀ ਨਹੀਂ ਹੈਗੀ। ਅੱਜ ਦੀ ਜਿਹੜੀ ਹੁਣ ਦੀ ਦੀਵਾਲੀ ਆ ਇਹ ਕਰੋਨਾ ਦੇ ਪਰਛਾਵੇਂ ਹੇਠ ਹੋ ਰਹੀ ਆ। ਸੋ ਇਹਦੇ ਵਿੱਚ ਜਿੰਨੀ ਸਾਵਧਾਨੀ ਵਰਤਾਂਗੇ ਤਾਂ ਹੀ ਆਪਾਂ ਇੱਕ ਵਧੀਆ ਤਰੀਕੇ ਨਾਲ ਖੁਸ਼ ਰਹਿ ਕੇ ਪਰਿਵਾਰ ਦੇ ਵਿੱਚ ਦੀਵਾਲੀ ਮਨਾ ਸਕਾਂਗੇ। ਇਹਦੇ ਨਾਲ ਜੇ ਆਪਾਂ ਉਹ ਦੂਜੇ ਪਾਸੇ ਜਾਈਏ, ਦਵਾਈ ਦੀ ਗੱਲ ਕਰੀਏ ਤਾਂ ਫਾਈਜ਼ਰ ਨੇ ਕਿਹਾ ਸੀ 90% ਤੇ ਸਪੁਤਨਿਕ ਜਿਹੜੀ ਰੂਸ ਦੀ ਟੀਕਾ ਆ ਉਹ ਕਹਿੰਦਾ 92%। ਤੇ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ ਆ ਵੀ ਮੈਨੂੰ ਪਤਾ ਲੱਗਾ ਕਿਤੇੋਂ ਬਈ ਸਪੁਤਨਿਕ ਜਿਹੜਾ ਟੀਕਾ ਆ ਉਹ ਭਾਰਤ ਵਿੱਚ ਪਹੁੰਚ ਚੁੱਕਾ ਆ ਜੀ। ਕਿਉਂਕਿ ਭਾਰਤ ਨੇ ਉੱਥੇ ਉਹਦੇ ਨਾਲ ਕੀਤਾ ਸੀਗਾ ਬਈ ਡਾਕਟਰ ਰੈਡੀ ਜਿਹੜੇ ਲੈਬੋਰਟਰੀ ਆ ਉਹਦੇ ਨਾਲ ਉਹਦਾ ਟਾਈ ਅਪ ਸੀ ਤੇ ਉਹਨਾਂ ਨੇ ਇਹਨੂੰ ਡੋਜ਼ ਮੰਗਵਾਉਣੇ ਸੀ ਇੱਥੇ। ਹੁਣ ਜਿਹੜਾ ਅਗਲਾ ਤੀਜਾ ਟਰਾਇਲ ਜਿਹੜਾ ਨਾ ਸਪੁਤਨਿਕ ਦਾ ਉਹ ਭਾਰਤ ਵਿੱਚ ਹੋਣਾ ਆ, ਉਹ ਆਉਂਦੇ ਦਿਨਾਂ ਦੇ ਵਿੱਚ ਉਹ ਕਰੂਗਾ। ਤੇ ਜਿੰਨੀ ਜਲਦੀ ਹੋ ਸਕੇ ਟੀਕਾ ਆਉਣਾ ਜ਼ਰੂਰੀ ਆ, ਤਾਂ ਹੀ ਇਸ ਬਿਮਾਰੀ ਨੂੰ ਠੱਲ ਪੈ ਸਕਦੀ ਆ। ਪਰ ਉੱਧਰ ਜੇ ਆਪਾਂ ਯੂਰਪ ਦੀ ਗੱਲ ਕਰੀਏ ਜਾਂ ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਤਾਂ ਉੱਥੇ ਕੇਸਾਂ ਦੇ ਵਿੱਚ ਬਹੁਤ ਵਾਧਾ ਹੋ ਰਿਹਾ। ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਚਿੰਤਾ ਪਾਈ ਜਾ ਰਹੀ ਆ। ਮੇਰੀ ਤਾਂ ਇੱਕ ਥਾਂ ਗੱਲ ਵੀ ਹੋਈ ਸੀਗੀ, ਉਹ ਕਹਿੰਦੇ ਆ ਵੀ ਸਾਨੂੰ ਤਾਂ ਕਿਸੇ ਰਿਸ਼ਤੇਦਾਰ ਦੇ ਜਾਣ ਦਾ ਵੀ ਹੁਕਮ ਨਹੀਂ ਜੀ। ਜਿਨ੍ਹਾਂ ਦੇ ਘਰ ਦੇ ਵਿੱਚ ਕਿਤੇ ਗੱਡੀਆਂ ਵੱਧ ਖੜੀਆਂ ਹੋਣ ਨਾ ਤੇ ਪੁਲਿਸ ਆ ਜਾਂਦੀ ਆ ਤੇ ਉਹ ਉਸ ਵੇਲੇ ਜੁਰਮਾਨਾ ਲਾਉਂਦੀ ਵੀ ਤੁਹਾਡੇ ਘਰ ਗੱਡੀਆਂ ਖੜੀਆਂ, ਲੱਗਦੇ ਬੰਦੇ ਵੱਧ ਆਏ ਆ।
ਅੱਛਾ ਜੀ। ਸੋ ਉਹ ਕਿਤੇ ਵੀ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਵੀ ਨਹੀਂ ਜਾ ਸਕਦੇ। ਆਪਣੇ ਮੇਰੇ ਕਲੋਜ਼ ਹੀ ਸੀਗੇ, ਉਹਨਾਂ ਨੇ ਕਿਹਾ ਵੀ ਮੈਂ ਵੱਡਾ ਆਪਰੇਸ਼ਨ ਕਿਸੇ ਰਿਸ਼ਤੇਦਾਰ ਦੇ ਹੋਇਆ ਸੀ ਤਾਂ ਮੈਂ ਉੱਥੇ ਦੇਖਣ ਨਹੀਂ ਜਾ ਸਕਿਆ, ਮੈਂ ਫੋਨ ਤੇ ਫੇਸ ਟਾਈਮ ਤੇ ਹੀ ਉਹਨੂੰ ਵਿਸ਼ ਕਰ ਲੈਣਾ, ਉਹਨੂੰ ਦੇਖ ਲੈਣਾ, ਵੀ ਉਹਦਾ ਹਾਲ ਚਾਲ ਪੁੱਛ ਲੈਣਾ। ਸੋ ਇਸ ਕਦਰ ਉੱਥੇ ਹਾਲਤ ਹੋ ਗਈ ਆ। ਤੇ ਅਮਰੀਕਾ ਦੀ ਜੇ ਗੱਲ ਕਰਾਂ ਤਾਂ ਉੱਥੇ ਤਾਂ ਬਹੁਤ ਭਿਆਨਕ ਪੱਧਰ ਤੇ ਫੈਲੀ ਆ। 1.5 ਲੱਖ ਤੋਂ 2 ਲੱਖ ਕੇਸ ਰੋਜ਼ਾਨਾ ਆ ਰਹੇ ਆ ਜੀ। ਔਰ ਉੱਥੇ ਜਿਹੜੀ ਮੌਤਾਂ ਦੀ ਗਿਣਤੀ ਇੱਕ ਵਾਰ ਫਿਰ 1500-1600 ਤੋਂ ਟੱਪਣ ਲੱਗ ਪਈ ਆ। ਸੋ ਉੱਥੇ ਦੇ ਹਾਲਾਤ ਵੀ ਬਹੁਤ ਖਤਰਨਾਕ ਬਣ ਰਹੇ ਆ। ਹੋ ਸਕਦਾ ਆ ਜਿਹੜਾ ਸਿਆਲ ਦਾ ਮੌਸਮ, ਸਰਦੀਆਂ ਦਾ ਮੌਸਮ ਆ, ਕਿਉਂਕਿ ਦਸੰਬਰ 'ਚ ਉਦੋਂ ਫੈਲੀ ਸੀਗੀ। ਦਸੰਬਰ ਦਾ ਸਿਆਲ ਜਿਹੜਾ ਇਹ ਕਰੋਨਾ ਨੂੰ ਮਾਫਕ ਕਿਹਾ ਜਾ ਸਕਦਾ ਡਾਕਟਰਾਂ ਦੇ ਕਹਿਣ ਮੁਤਾਬਕ, ਵੀ ਸਿਆਲ ਦੇ ਵਿੱਚ ਜ਼ਿਆਦਾ ਫੈਲਦਾ ਆ। ਪਰ ਇੱਧਰ ਭਾਰਤ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਵੀ ਹੁਣ ਜ਼ਿਆਦਾ ਰੌਲਾ ਪੈ ਰਿਹਾ, ਉਹਨੂੰ ਵੀ ਕਰੋਨਾ ਨਾਲ ਜੋੜ ਰਹੇ ਆ ਵੀ ਜਿੰਨਾ ਵੱਧ ਪ੍ਰਦੂਸ਼ਣ ਨਵੰਬਰ ਦਸੰਬਰ 'ਚ ਹੋਇਆ, ਇਸ ਕਰਕੇ ਇਹ ਕਰੋਨਾ ਦੇ ਕੇਸ ਵੱਧ ਰਹੇ ਆ। ਪਰ ਇਹਨੂੰ ਆਪਾਂ ਜਿੰਨਾ ਸਾਵਧਾਨੀ ਨਾਲ ਕੀਤਾ ਜਾਵੇ ਉਨਾ ਹੀ ਚੰਗਾ ਹੈ ਜੀ। ਸ਼ੇਰਗਿੱਲ ਸਾਹਿਬ, ਤੁਸੀਂ ਗੱਲ ਕੀਤੀ ਮੌਸਮ ਦੀ ਤੇ ਸਿਆਲ ਦੀ, ਤੇ ਮੌਸਮ ਵੀ ਤਦ ਹੀ ਬਦਲੇਗਾ ਤੇ ਪ੍ਰਦੂਸ਼ਣ ਵੀ ਤਾਂ ਹੀ ਘਟੇਗਾ ਜੇ ਕਿਤੇ ਬਾਰਿਸ਼ ਹੋ ਜਾਏ। ਕੋਈ ਮੌਸਮ ਦੇ ਵਿੱਚ ਬਾਰਿਸ਼ ਦੇ ਵੀ ਅਸਰ ਲੱਗਦੇ? ਕੋਈ ਮੌਸਮ ਦਾ ਹਾਲ ਹੀ ਦੱਸੋ ਜੀ। ਮੌਸਮ ਵਿਭਾਗ ਦਾ ਕਹਿਣਾ ਸੀਗਾ ਵੀ 1 2 3 ਦਿਨਾਂ ਦੇ ਵਿੱਚ ਵੀ ਬਾਰਿਸ਼ ਪਊਗੀ। ਹਾਲਾਂਕਿ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਵੀ ਹੋ ਰਹੀ ਆ, ਪਰ ਉਹਦੇ ਨਾਲ ਠੰਡ ਵਧੂਗੀ। ਪਰ ਜਿੰਨਾ ਚਿਰ ਆਪਣੇ ਪੰਜਾਬ ਜਾਂ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪੈਂਦਾ, ਆਪਾਂ ਇਹਨੂੰ ਜਿਹੜਾ ਸਰਦੀਆਂ ਦੇ ਮੌਸਮ ਨੂੰ ਖੁਸ਼ਗਵਾਰ ਨਹੀਂ ਕਹਿੰਦੇ ਜੀ। ਜਦੋਂ ਮੀਂਹ ਪਊਗਾ ਤੇ ਖੁਸ਼ਗਵਾਰ ਹੋ ਜਾਊਗਾ। ਹਜੇ ਉਹ ਖੁਸ਼ਕੀ ਚੱਲਣ ਡਿਆ ਜੀ। ਸੋ ਮੌਸਮ ਨੇ ਵੀ ਕਿਤੇ ਨਾ ਕਿਤੇ ਪ੍ਰਦੂਸ਼ਣ ਨੂੰ ਠੱਲ ਪਾਉਣ ਦਾ ਯਤਨ ਕਰਨਾ ਜਦੋਂ ਮੀਂਹ ਪਿਆ, ਕਿਉਂਕਿ ਜਦੋਂ ਫੁਹਾਰੇ ਆਉਣੇ ਆ, ਉਤੋਂ ਬਰਸਾਤ ਦੀਆਂ ਬੂੰਦਾਂ ਆਉਣੀਆਂ, ਤਾਂ ਜਿੱਥੇ ਵੀ ਘਟਾ ਜੰਮਿਆ ਹੋਇਆ, ਆਪਾਂ ਕਹਿ ਦਿੰਦੇ ਪਏ ਇੱਕ ਉੱਪਰਲੀ ਲੇਅਰ ਦੇ ਵਿੱਚ ਘਟਾ ਜੰਮਿਆ ਹੋਇਆ, ਉਹ ਮੀਂਹ ਨੇ ਥੱਲੇ ਠੱਲਣਾ ਆ। ਇਸੇ ਕਰਕੇ ਆਪਾਂ ਦੇਖਦੇ ਹੁੰਦੇ ਦਿੱਲੀ ਦੇ ਵਿੱਚ ਵੀ ਜਦੋਂ ਸਮੌਗ ਬਹੁਤ ਫੈਲ ਜਾਂਦਾ ਤੇ ਉਹ ਪਾਣੀ ਦਾ ਛਿੜਕਾਅ ਇਸ ਤਰੀਕੇ ਨਾਲ ਕਰਦੇ ਆ ਤਾਂ ਕਿ ਉਹ ਸਮੌਗ ਜਿਹੜਾ ਨੀਵਾਂ ਹੋ ਜਾਏ। ਤੇ ਆਪਾਂ ਜੇ ਇੱਥੇ ਇੰਡੀਆ ਦੀ ਗੱਲ ਹੀ ਨਹੀਂ ਕਰਦੇ, ਸਾਡੇ ਗੁਆਂਢ, ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਸਾਡੇ ਗੁਆਂਢ ਲਾਹੌਰ ਦੇ ਵਿੱਚ ਵੀ ਇਹ ਹਾਲ ਆ। ਉੱਥੇ ਵੀ ਪੰਜਾਬ ਜਿਹੜਾ ਆ ਪੱਛਮੀ ਪੰਜਾਬ, ਉੱਥੇ ਵੀ ਹਾਲਾਤ ਇਦਾਂ ਦੇ ਹੀ ਪ੍ਰਦੂਸ਼ਣ ਨਾਲ ਬਣੇ ਹੋਏ ਆ। ਉੱਥੇ ਵੀ ਉਹ ਕਹਿੰਦੇ ਜੀ ਅਸੀਂ ਵੀ ਪਰਾਲੀ ਸਾੜਨ ਨਾਲ ਸਾਡਾ ਕੰਮ ਹੋ ਰਿਹਾ, ਵੀ ਪਰਾਲੀ ਨਾ ਸਾੜੋ। ਉਹ ਇੰਡੀਆ ਵਾਲੇ ਨੂੰ ਨਸੀਹਤ ਦੇ ਰਹੇ ਆ ਵੀ ਭਾਈ ਤੁਸੀਂ ਨਾ ਸਾੜੋ, ਤੇ ਇੰਡੀਆ ਵਾਲੇ ਜਿਹੜੇ ਉਹ ਹੁਣ ਦੇਖੋ ਕਿਹਨੂੰ ਨਸੀਹਤ ਦਿੰਦੇ ਆ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਕੱਲਾ ਪਰਾਲੀ ਹੀ ਇਹਦੇ ਲਈ ਜ਼ਿੰਮੇਵਾਰ ਨਹੀਂ, ਜਿੱਦਾਂ ਆਪਾਂ ਪਹਿਲਾਂ ਵੀ ਕਹਿ ਰਹੇ ਆ, ਗੱਡੀਆਂ, ਟ੍ਰੈਫਿਕ, ਫੈਕਟਰੀ, ਧੂੰਆਂ, ਸਾਰਾ ਕੁਝ ਇਹਦੇ ਲਈ ਜ਼ਿੰਮੇਵਾਰ ਆ। ਸੋ ਇਹ ਵਾਤਾਵਰਣ ਜਿੰਨਾ ਜਲਦੀ ਠੀਕ ਹੋਊਗਾ ਉਨਾ ਹੀ ਆਪਾਂ ਜਲਦੀ ਕਰੋਨਾ ਨੂੰ ਵੀ ਮਾਤ ਪਾ ਸਕਾਂਗੇ। ਜਿੰਨਾ ਚਿਰ ਦਵਾਈ ਨਹੀਂ ਉਹਨਾਂ ਚਿਰ ਢਿਲਾਈ ਨਹੀਂ, ਪ੍ਰਧਾਨ ਮੰਤਰੀ ਸਾਹਿਬ ਕਹਿ ਹੀ ਰਹੇ ਜੀ। ਉਹਦੇ ਤੇ ਚੱਲਣਾ ਪਊਗਾ ਆਪਾਂ ਨੂੰ ਹਾਲ ਦੀ ਘੜੀ। ਸ਼ੇਰਗਿੱਲ ਸਾਹਿਬ, ਮੌਸਮ ਦੇ ਵਿੱਚ ਸਾਨੂੰ ਬਾਰਿਸ਼ ਦੀ ਉਮੀਦ ਰਹੂਗੀ ਕਿ ਜਲਦੀ ਆਉਣ ਵਾਲੇ ਟਾਈਮ 'ਚ ਕੁਝ ਮੀਂਹ ਪੈ ਜਾਏ ਤੇ ਮੌਸਮ ਠੀਕ ਹੋ ਜਾਏ। ਤੇ ਇੱਕ ਹੋਰ ਗੱਲ ਕਰਦੇ ਹਾਂ, ਅਸੀਂ ਉਦੋਂ ਕਿਤਾਬਾਂ ਪੜ੍ਹਦੇ ਨਹੀਂ ਸੀ ਜਦੋਂ ਸਕੂਲ 'ਚ ਹੁੰਦੇ ਸੀ, ਬੜੀ ਔਖੀ ਲੱਗਦੀ ਸੀ ਪੜ੍ਹਾਈ ਕਰਨੀ। ਪਰ ਅੱਜ ਅਸੀਂ ਦੇਖਦੇ ਹਾਂ ਜਦੋਂ ਕਿਸੇ ਵੱਡੇ ਲੇਖਕ ਦੀ ਜਾਂ ਕਿਸੇ ਵੱਡੇ ਬੰਦੇ ਦੀ, ਕਿਸੇ ਸੈਲੀਬ੍ਰਿਟੀ ਦੀ ਕੋਈ ਬੁੱਕ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਤੇ ਉਹਦੀ ਚਰਚਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਹੋ ਜਿਹੀ ਇੱਕ ਕਿਤਾਬ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਸਾਹਿਬ ਦੀ ਆ ਰਹੀ ਆ, ਬਰਾਕ ਓਬਾਮਾ ਦੀ। ਆਪਾਂ ਕਿਤਾਬ ਦੀ ਕੋਈ ਦੱਸੋ ਸਾਨੂੰ ਜੀ, ਕੀ ਕਹਿੰਦੇ ਓਬਾਮਾ ਸਾਹਿਬ? ਦੇਖੋ ਜੀ, ਅਮਰੀਕਾ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬਹੁਤ ਹੀ ਸੁਲਝੇ ਹੋਏ ਇਨਸਾਨ ਰਹੇ। ਉਹਨਾਂ ਦਾ ਦੋਨੋਂ ਕਾਰਜਕਾਲ ਜਿਹੜਾ ਬਹੁਤ ਵਧੀਆ ਰਿਹਾ। ਰਿਸੈਸ਼ਨ ਪੀਰੀਅਡ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਉਭਾਰਿਆ, ਉਹ ਆਪਣੇ ਆਪ 'ਚ ਇੱਕ ਮਿਸਾਲ ਸੀ। ਉਹ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਊਗਾ, ਕਿਉਂਕਿ ਉਹਨਾਂ ਦੇ ਦੌਰਾਨ ਹੀ ਬਹੁਤ ਵੱਡਾ ਰਿਸੈਸ਼ਨ ਆ ਗਿਆ ਸੀਗਾ। ਇੱਥੋਂ ਤੱਕ ਕਿ ਉੱਥੋਂ ਦੀਆਂ ਬੈਂਕਾਂ ਵੀ ਕਰਜ਼ਾਈ ਹੋ ਗਈਆਂ ਸੀਗੀਆਂ, ਬੰਦ ਹੋ ਗਈਆਂ ਸੀਗੀਆਂ ਜੀ। ਹੁਣ ਉਹਨਾਂ ਨੇ ਇੱਕ ਕਿਤਾਬ ਲਿਖੀ ਆ, 768 ਪੰਨਿਆਂ ਦੀ ਕਿਤਾਬ ਆ। ਅੱਛਾ ਜੀ। ਔਰ ਉਹ ਕਿਤਾਬ ਆਉਂਦੇ ਦਿਨਾਂ 'ਚ ਰਿਲੀਜ਼ ਹੋਣੀ ਆ। ਉਸ ਕਿਤਾਬ ਨੂੰ ਲੈ ਕੇ ਤੇ ਬੜੇ ਸੁਲਝੇ ਇਨਸਾਨ ਹੈ, ਉਹਨਾਂ ਨੇ ਇੱਕ ਲਿਖਿਆ ਜੀ, ਦ ਪ੍ਰੋਮਿਸਡ ਲੈਂਡ। ਅੱਛਾ ਜੀ। ਕਿਤਾਬ ਦਾ ਨਾਂ ਆ, ਜਿਹੜਾ ਉਹਨਾਂ ਨੇ ਆਪਣੇ ਸਿਆਸੀ ਜੀਵਨ ਦੇ ਉੱਤੇ ਜੋ ਕੁਝ ਉਹਨਾਂ ਦੇ ਨਾਲ ਆਪ ਬੀਤੀ ਆ, ਜੋ ਉਹਨਾਂ ਨੇ ਵਾਚਿਆ, ਵੇਖਿਆ, ਦੁਨੀਆ ਭਰ ਦੇ ਆਗੂਆਂ ਦੇ ਨਾਲ ਵਿਚਰਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਹ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਸ਼ਾਮਲ ਕੀਤਾ ਆ, ਜਿਹਦੇ ਵਿੱਚ ਉਹਨਾਂ ਨੇ ਭਾਰਤ ਦੇ ਕੁਝ ਆਗੂਆਂ ਦੇ ਨਾਂ ਲਏ ਆ। ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਰਾਹੁਲ ਗਾਂਧੀ ਦਾ, ਜਿਹੜੇ ਉਹਨਾਂ ਨੂੰ ਉਹਦੇ ਬਾਰੇ ਤਾਂ ਉਹਨਾਂ ਨੇ ਸਾਫ਼ ਲਿਖਿਆ ਵੀ ਰਾਹੁਲ ਗਾਂਧੀ ਦੇ ਵਿੱਚ ਜਨੂੰਨ ਦੀ ਘਾਟ ਆ, ਯੋਗਤਾ ਦੀ ਘਾਟ ਆ। ਅੱਛਾ ਜੀ। ਉਹ ਕਹਿੰਦੇ ਵੀ ਜਿਵੇਂ ਇੱਕ ਵਿਦਿਆਰਥੀ ਕਲਾਸ ਦੇ ਵਿੱਚ ਆਪਣੇ ਅਧਿਆਪਕ ਤੋਂ ਸਵਾਲ ਤਾਂ ਬਹੁਤ ਪੁੱਛਦਾ, ਪਰ ਉਹਦੇ ਆਪ ਦੇ ਵਿੱਚ ਯੋਗਤਾ ਨਹੀਂ ਹੁੰਦੀ ਉਸ ਸਵਾਲ ਨੂੰ ਹੱਲ ਕਰਨ ਦੀ, ਚਾਹੇ ਉਹ ਅਧਿਆਪਕ ਸਮਝਾ ਵੀ ਦੇਵੇ। ਸੋ ਉਸ ਲੈਵਲ 'ਤੇ ਉਹਨਾਂ ਨੂੰ ਰਾਹੁਲ ਗਾਂਧੀ ਨੂੰ ਰੱਖਿਆ। ਦੂਸਰੇ ਲੈਵਲ 'ਤੇ ਦੂਸਰੀ ਗੱਲ ਉਹਨਾਂ ਨੇ ਮਨਮੋਹਨ ਸਿੰਘ ਬਾਰੇ ਕਹੀ ਆ, ਜਿਨ੍ਹਾਂ ਦੇ ਉਹ ਹਮੇਸ਼ਾ ਪ੍ਰਸ਼ੰਸਕ ਰਹੇ ਆ ਜੀ। ਮਨਮੋਹਨ ਸਿੰਘ ਦੀ ਉਹ ਬਹੁਤ ਪ੍ਰਸ਼ੰਸਾ ਕਰਦੇ ਹੁੰਦੇ ਸੀ, ਹੁਣ ਵੀ ਕਰਦੇ ਆ। ਔਰ ਉਹਦੇ ਬਾਰੇ ਉਹਨੇ ਲਿਖਿਆ ਵੀ ਉਹ ਨਿਹਾਇਤ ਹੀ ਇਮਾਨਦਾਰ ਤੇ ਬਹੁਤ ਹੀ ਉੱਚ ਕੋਟੀ ਦੇ ਸਿਆਸੀ ਆਗੂ ਹੈਗੇ ਆ ਮਨਮੋਹਨ ਸਿੰਘ ਹੋਣੀ। ਇਸ ਦੇ ਨਾਲ ਉਹਨਾਂ ਨੇ ਸੋਨੀਆ ਗਾਂਧੀ ਦਾ ਵੀ ਜ਼ਿਕਰ ਕੀਤਾ ਵੀ ਜੇ ਆਪਾਂ ਦੁਨੀਆ ਦੇ ਵਿੱਚ ਸੁਹੱਪਣ ਦਾ ਗੱਲ ਕਰਾਂਗੇ ਤਾਂ ਉਹਦੇ ਵਿੱਚ ਸੋਨੀਆ ਗਾਂਧੀ ਦਾ ਨਾਂ ਜ਼ਰੂਰ ਆਊਗਾ। ਅਗਲੀ ਗੱਲ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਵੀ ਕੀਤੀ ਆ ਜੀ, ਵੀ ਜੋ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਇੱਕ ਬਹੁਤ ਵੱਡਾ ਰਿਫਾਰਮਰ ਦੱਸਿਆ ਜੀ। ਵੀ ਇਸ ਬੰਦੇ ਨੇ ਭਾਰਤ ਨੂੰ, ਜਿਸ ਤਰ੍ਹਾਂ ਉਹ ਆਪਣੇ ਇੱਕ ਬਹੁਤ ਗਰੀਬੀ 'ਚ ਉੱਠ ਕੇ
ਇਸ ਪੱਧਰ ਤੇ ਪਹੁੰਚਿਆ, ਇਦਾਂ ਹੀ ਇਹਨੇ ਭਾਰਤ ਨੂੰ ਬਹੁਤ ਗਰੀਬੀ ਚੋਂ ਉੱਪਰ ਲਿਜਾਣ ਦੀ ਕੋਸ਼ਿਸ਼ ਕਰਨੀ ਆ, ਕੀਤੀ ਜਾ ਰਹੀ ਆ। ਜੋ ਉਹਦਾ ਕਹਿਣਾ ਹੈ, ਇਹ ਰਿਫਾਰਮਰ ਦਾ ਭਾਵ ਇਹ ਹੁੰਦਾ ਵੀ ਬਹੁਤ ਸੁਧਾਰਵਾਦਕ ਬੰਦਾ ਉਹ ਜੀ। ਸੋ ਉਹਨਾਂ ਦੀ ਕਿਤਾਬ ਜਦੋਂ ਆਊਗੀ, ਪੜ੍ਹਨ ਵਾਲੀ ਹੋਊਗੀ, ਤੁਸੀਂ ਵੀ ਪੜ੍ਹਿਓ, ਮੈਂ ਵੀ ਕਿਤੇ ਮਿਲੂਗਾ ਤਾਂ ਆਪਾਂ ਪੜ੍ਹ ਕੇ ਦੇਖਾਂਗੇ ਜੀ ਤੇ ਹੋਰ ਗੱਲਾਂ ਕੀ ਕੁਛ ਕੀਤੀਆਂ। ਫਿਲਹਾਲ ਤਾਂ ਇੱਕ ਨਿਊਯਾਰਕ ਟਾਈਮਸ ਨੇ ਉਹਨਾਂ ਦੇ ਇੱਕ ਰਿਵਿਊ ਕੀਤਾ ਸੀਗਾ ਜੀ। ਤੁਸੀਂ ਕਿਤਾਬ ਬਾਰੇ ਵੀ ਦੱਸਿਆ ਤੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਬਹੁਤ ਅਲੱਗ-ਅਲੱਗ ਤਰੀਕੇ ਦੇ ਵਿਚਾਰਾਂ ਤੇ ਵੀ ਚਰਚਾ ਕੀਤੀ ਤੇ ਹੁਣ ਅਸੀਂ ਇਸ ਪ੍ਰੋਗਰਾਮ ਤੋਂ ਲਈਏ ਵਿਦਾ। ਸ਼ਰਮਾ ਜੀ, ਮੈਂ ਇੱਕ ਗੱਲ ਆਪਣੀ ਕਰਨੀ ਚ ਰਹਿ ਗਈ ਸੀ ਵਿੱਚ ਹੀ। ਮੈਂ ਦੀਵਾਲੀ ਆ ਰਹੀ ਆ ਤੇ ਆਪਣੇ ਜਿਹੜੇ ਪੰਜਾਬੀ ਨੈਸ਼ਨਲ ਟੀਵੀ ਦਰਸ਼ਕ ਦੇਖ ਰਹੇ, ਜਿਹੜਾ ਵਿਚਾਰ ਚਰਚਾ ਸਾਡੀ ਦੇਖਦੇ ਆ, ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ। ਨਾਲ ਇਹ ਵੀ ਕਹਿੰਦਾ ਵੀ ਬੀ ਸੇਫ, ਬੀ ਹੈਲਥੀ ਔਰ ਖੁਸ਼ੀਆਂ ਨਾਲ ਮਨਾਓ, ਸੇਫ ਰਹਿ ਕੇ ਮਨਾਓ ਦੀਵਾਲੀ, ਤਾਂ ਕਿ ਆਪਾਂ ਸਾਰੇ ਹੀ ਪਰਿਵਾਰ ਵਿੱਚ ਖੁਸ਼ ਰਹਿ ਸਕੀਏ ਜੀ। ਤੁਸੀਂ ਦੇਖਿਆ ਜੀ ਪ੍ਰੋਗਰਾਮ ਵਿਚਾਰ ਚਰਚਾ। ਸਾਨੂੰ ਦੱਸਿਓ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ ਕੁਝ ਹੋਰ ਵਿਚਾਰ ਲੈ ਕੇ, ਤੇ ਇਸ ਦੇ ਨਾਲ ਹੀ ਪੰਜਾਬੀ ਨੈਸ਼ਨਲ ਟੀਵੀ ਵੱਲੋਂ ਤੇ ਸਾਡੇ ਪ੍ਰੋਗਰਾਮ ਵੱਲੋਂ ਤੁਹਾਨੂੰ ਸਭ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ।